ਸ਼ੌਂਕ ਦੀ ਗੱਲ ਜੇ ਮੈਂ ਕਰਾਂ ਤਾਂ ਮੈਂ ਛੋਟੇ ਤੋਂ ਮੈਨੂੰ ਕਲਰਸ ਨਾਲ ਕਿਉਂਕਿ ਮੈਨੂੰ ਸਿੱਖਿਆ ਇਸ ਤਰੀਕੇ ਨਾਲ ਦਿੱਤੀ ਗਈ ਹੈ ਜਿਵੇਂ ਕਿ ਬਿੰਦੀ ਦੇ ਨਾਲ ਇੱਕ ਰੰਗਾਂ ਦੀ ਪਹਿਚਾਣ ਕਰਵਾਉਣਾ ਨਾਲ ਦੀ ਨਾਲ ਮਤਲਬ ਇਸੇ ਤਰ੍ਹਾਂ ਨਾਲ ਮੈਨੂੰ ਕਲਰਸ ਦੇ ਨਾਲ ਪਿਆਰ ਹੁੰਦਾ ਗਿਆ ਤੇ ਮੈਂ ਸਕੂਲ ਦੇ ਵਿੱਚ ਬਹੁਤ ਸਾਰੀ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਦੀ ਸੀ। ਛੋਟੀ ਉਮਰ ਦੇ ਵਿੱਚ ਇੰਨਾ ਥਾਟ ਆਉਣਾ ਇਸ ਚੀਜ਼ ਦਾ ਕਾਰਨ ਤੁਸੀਂ ਕਿਸ ਚੀਜ਼ ਨੂੰ ਮੰਨ ਰਹੇ ਹੋ ਵੀ ਇੰਨੀ ਹੌਲੀ ਹੌਲੀ ਜਿਵੇਂ ਫਾਈਲਸ ਬਣਾਉਣਾ ਉਸ ਤੋਂ ਬਾਅਦ ਫਾਈਲਸ ਦੇ ਨਾਲ ਨਾਲ ਮੈਨੂੰ ਆਰਡਰ ਆਏ ਪੇਂਟਿੰਗਸ ਦੇ ਮੈਨੂੰ ਨਹੀਂ ਆਉਂਦੀ ਸੀ ਕਿਉਂਕਿ ਉਸ ਟਾਈਮ ਮਤਲਬ ਟੀਚਰ ਹੀ ਨਹੀਂ ਮਿਲੇ ਐਵੇਂ ਜੋ ਸਾਨੂੰ ਪ੍ਰੋਫੈਸ਼ਨਲੀ ਪੇਂਟਿੰਗ ਸਿਖਾਉਂਦੇ। ਬੇਸਿਕਲੀ ਮੇਰੀ ਫੈਮਿਲੀ 'ਚ ਕੋਈ ਆਰਟਿਸਟ ਨਹੀਂ ਆ ਬਟ ਹਾਂ ਜਿਵੇਂ ਕਹਿੰਦੇ ਨਾ ਕਲਾ ਹਰ ਇੱਕ ਬੰਦੇ ਦੇ ਵਿੱਚ ਵਸਦੀ ਹੈ ਨਾ ਜਿਵੇਂ ਮੇਰੀ ਮੰਮਾ ਕੁਕਿੰਗ ਕਰਦੇ ਨੇ ਜਾਂ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਸ਼ਾਇਦ ਮੇਰੇ ਟੀਚਰਸ ਦਾ ਗਾਈਡ ਕਰਨ ਦਾ ਤਰੀਕਾ ਐਵੇਂ ਸੀ ਕਿ ਮੇਰੀ ਰੁਚੀ ਕਲਰਸ ਦੇ ਨਾਲ ਕੁਦਰਤ ਦੇ ਨਾਲ ਵੱਧਦੀ ਗਈ। ਜਿਹੜੇ ਆਪਣੇ ਮਾਤਾ ਪਿਤਾ ਹੁੰਦੇ ਨੇ ਉਹ ਆਪਣੇ ਹਰੇਕ ਬੱਚੇ ਨੂੰ ਸੇਧ ਦਿੰਦੇ ਆ ਵੀ ਬੇਟਾ ਤੂੰ ਪੜ੍ਹ ਲਿਖ ਆਪਣਾ ਕੋਈ ਜੌਬ ਕਰ ਜਾਂ ਕੋਈ ਵੀ ਗਵਰਨਮੈਂਟ ਜੌਬ ਕਰ। ਮੈਨੂੰ ਐਵੇਂ ਲੱਗਦਾ ਹੈ ਵੀ ਜਿਹੜੇ ਬੱਚੇ ਦੀ ਇੱਕ ਪਰਵਿਸ਼ ਹੁੰਦੀ ਹੈ ਨਾ ਉਹ ਇਸ ਚੀਜ਼ ਨੂੰ ਕਿਤੇ ਕਿਤੇ ਹੁਨਰ ਪਾਲਦੇ ਆ ਜਿਵੇਂ ਕਿ ਹੁਣ ਅੱਜ ਕੱਲ੍ਹ ਦੇ ਪੇਰੈਂਟਸ ਬਿਜ਼ੀ ਹੁੰਦੇ ਨੇ ਠੀਕ ਹੈ ਤੇ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤਾਂ ਸ਼ਾਇਦ ਅੱਜ ਦੇ ਜਿਹੜੀ ਜਨਰੇਸ਼ਨ ਕਹੀ ਜਾਂਦੀ ਹੈ ਵੀ ਕਿਤੇ ਕਿਤੇ ਗਲਤ ਕੰਮ ਜਾ ਰਹੀ ਹੈ ਤਾਂ ਕਿਤੇ ਕਿਤੇ ਪੇਰੈਂਟਸ ਇਹਨਾਂ ਦੇ ਬੈਕਗ੍ਰਾਉਂਡ ਦੇ। ਕਲਾ ਨੂੰ ਜਿਹੜੀ ਤੁਸੀਂ ਆਪਣੀ ਚਿੱਤਰਕਾਰੀ ਕਰਦੇ ਹੋ ਇਸ ਚੀਜ਼ ਨੂੰ ਤੁਸੀਂ ਐਜ਼ ਅ ਸ਼ੌਂਕ ਦੇਖ ਰਹੇ ਹੋ ਜਾਂ ਐਜ਼ ਅ ਫਿਊਚਰ ਦੇਖ ਰਹੇ ਹੋ? ਬੇਸਿਕਲੀ ਇਸ ਟਾਈਮ ਇਹ ਮੇਰੀ ਜ਼ਿੰਦਗੀ ਆ ਜਿਵੇਂ ਕਿ ਮੱਛਲੀ ਪਾਣੀ ਤੋਂ ਬਿਨਾਂ ਰਹਿੰਦੀ ਨਹੀਂ ਨਾ ਉਵੇਂ ਮੈਨੂੰ ਐਵੇਂ ਲੱਗਦਾ ਕਿ ਮੇਰੀ ਪੇਂਟਿੰਗਸ ਨਹੀਂ ਹੋਗੀ ਤਾਂ ਮੈਂ ਕਿੱਥੇ ਮਰ ਜਾ ਕਿਉਂਕਿ ਜ਼ਿੰਦਗੀ ਦੇ ਵਿੱਚ ਮੇਰੇ ਇਹ ਪੇਂਟਿੰਗ ਛੋਟੀ ਨਹੀਂ ਬਹੁਤ ਵੱਡਾ ਰੋਲ ਅਦਾ ਹੋ ਚੁੱਕਾ ਹੈ ਤੇ ਮੇਰੇ ਲਈ ਇਹ ਮੇਰੀ ਜ਼ਿੰਦਗੀ ਹੈ। ਜਿਹਦਾ ਮੇਨ ਮਕਸਦ ਇਹ ਹੁੰਦਾ ਕਿਉਂਕਿ ਉਹਦੇ ਬਹੁਤ ਲੱਖਾਂ ਦੀ ਅਮਾਉਂਟ ਦੇ ਵਿੱਚ ਲੋਕ ਆਉਂਦੇ ਨੇ ਨਾ ਤੇ ਉਹਨਾਂ ਨੂੰ ਆਉਂਦੇ ਉਰੇ ਜ਼ਰੂਰ ਹੈ ਬਟ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਇਤਿਹਾਸ ਕੀ ਹੈ ਕੋਈ ਇਹਨੂੰ ਮੇਲਾ ਸਮਝਦੇ ਆ ਰਹੇ ਹੁੰਦੇ ਤਾਂ ਮੇਰੀ ਛੋਟੀ ਜਿਹੀ ਕੋਸ਼ਿਸ਼ ਹੁੰਦੀ ਹੈ ਵੀ ਜੇ ਉਰੇ ਕੁਝ ਮੇਰੇ ਕੋਲ ਆ ਕੇ ਮੇਰੀ ਪੇਂਟਿੰਗਸ ਦੇ ਦੇ ਉਹਨਾਂ ਨੂੰ ਸਾਡੀ ਜਿਹੜੀ ਧਰਤੀ ਇੰਨੀ ਅਮੀਰ ਵਾਲੀ ਧਰਤੀ ਹੈ ਯਾਨੀ ਇੰਪੋਰਟੈਂਸ ਹੈ ਉਹਨਾਂ ਨੂੰ ਪਤਾ ਲੱਗੇ। ਹੁਣ ਤੱਕ ਕੀ ਕੁਝ ਪ੍ਰਾਪਤ ਕਰ ਚੁੱਕੇ ਹੋ ਕੀ ਕੁਝ ਜਿੱਤ ਚੁੱਕੇ ਹੋ ਤੁਸੀਂ? ਬੇਸਿਕਲੀ ਮੈਂ ਜੇ ਅਵਾਰਡ ਦੀ ਗੱਲ ਕਰਾਂ ਮੈਂ ਨੀਅਰ 100+ ਸਰਟੀਫਿਕੇਟਸ ਐਂਡ ਅਵਾਰਡਸ ਮੇਰੇ ਕੋਲ ਹੈਗੇ ਨੇ ਜਿਹੜੇ ਕਿ ਕਾਲਜ ਟਾਈਮ ਦੇ ਵਿੱਚ ਵੀ ਹੈ ਕੁਝ ਸਕੂਲ ਟਾਈਮ ਦੇ ਵਿੱਚ ਵੀ ਸੀਗੇ ਤੇ ਨਾਲ ਦੀ ਨਾਲ ਮੈਂ ਇੱਕ ਵਰਲਡ ਰਿਕਾਰਡਰ ਹੋਲਡਰ ਵੀ ਹਾਂ। ਮੇਰੀ ਫਰਸਟ ਪੇਂਟਿੰਗ ਕੈਨੇਡਾ ਸੇਲ ਹੋਈ ਸੀਗੀ ਨੀਅਰ 10,000 ਦੀ ਤਾਂ ਉਸ ਟਾਈਮ ਮੇਰਾ ਮਤਲਬ ਇੱਕ ਹੌਸਲਾ ਕਹਿੰਦੇ ਨਾ ਡਬਲ ਹੋ ਗਿਆ ਸੀਗਾ। ਇਸ ਟਾਈਮ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਠੀਕ ਹੈ ਇਵਨ ਦੁਬਈ ਕਾਫੀ ਵਕਤ ਸੇਲ ਹੋ ਚੁੱਕਿਆ ਹੈ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਰੰਗ ਜ਼ਿੰਦਗੀ ਦਾ ਇੱਕ ਹੋਰ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਮੈਂ ਹਰਸ਼ਦੀਪ ਸਿੰਘ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਤੁਹਾਡੇ ਸਾਹਮਣੇ ਅੱਜ ਆਏ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਇੱਕ ਨਵੀਂ ਕਲਾ ਦੇ ਨਾਲ। ਕਲਾ ਤੋਂ ਭਾਵ ਅਸੀਂ ਕਹਿ ਸਕਦੇ ਹਾਂ ਚਿੱਤਰਕਲਾ। ਚਿੱਤਰਕਲਾ ਜਿਹੜੀ ਕਿ ਸਾਨੂੰ ਸਾਡੇ ਪੁਰਾਤਨ ਸਮੇਂ ਤੋਂ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੈ। ਇਸ ਕਲਾ ਨੇ ਸਾਨੂੰ ਬਹੁਤ ਵੱਡੇ ਕਲਾਕਾਰ ਦਿੱਤੇ ਨੇ। ਅਜਿਹੇ ਹੀ ਇੱਕ ਕਲਾਕਾਰ ਕੋਲ ਅੱਜ ਅਸੀਂ ਉਹਨਾਂ ਦੇ ਘਰ ਬੈਠੇ ਹਾਂ ਤੇ ਉਹਨਾਂ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲ ਕਰਾਂਗੇ। ਅਸੀਂ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਵੱਡੀ ਮਹਾਰਤ ਹਾਸਲ ਕਰ ਲਈ ਹੈ। ਆਓ ਗੱਲ ਕਰੀਏ ਸ਼ਗੁਨ ਦੇ ਨਾਲ। ਸ਼ਗੁਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਅਸੀਂ ਜਿਵੇਂ ਕਹਿ ਸਕਦੇ ਹਾਂ ਵੀ ਤੁਹਾਡੀ ਉਮਰ ਇਸ ਅਕੋਰਡਿੰਗ ਘੱਟ ਲੱਗ ਰਹੀ ਆ ਤੇ ਤੁਹਾਨੂੰ ਇਹ ਕਲਾ ਜਿਹੜੀ ਤੁਹਾਡੇ ਬਹੁਤ ਹੱਥ ਦੇ ਵਿੱਚ ਬਹੁਤ ਵਧੀਆ ਪੇਂਟਿੰਗਸ ਦੇ ਤੌਰ ਤੇ ਦੇਖੀ ਗਈ ਆ ਤੇ ਤੁਹਾਨੂੰ ਇਸ ਚੀਜ਼ ਦਾ ਸ਼ੌਂਕ ਕਿਵੇਂ ਪਿਆ? ਬੇਸਿਕਲੀ ਸ਼ੌਂਕ ਦੀ ਗੱਲ ਜੇ ਮੈਂ ਕਰਾਂ ਤਾਂ ਮੈਂ ਛੋਟੇ ਤੋਂ ਮੈਨੂੰ ਕਲਰਸ ਨਾਲ ਕਿਉਂਕਿ ਮੈਨੂੰ ਸਿੱਖਿਆ ਇਸ ਤਰੀਕੇ ਨਾਲ ਦਿੱਤੀ ਗਈ ਹੈ ਜਿਵੇਂ ਕਿ ਬਿੰਦੀ ਦੇ ਨਾਲ ਇੱਕ ਰੰਗਾਂ ਦੀ ਪਹਿਚਾਣ ਕਰਵਾਉਣਾ ਨਾਲ ਦੀ ਨਾਲ ਮਤਲਬ ਇਸੇ ਤਰ੍ਹਾਂ ਨਾਲ ਮੈਨੂੰ ਕਲਰਸ ਦੇ ਨਾਲ ਪਿਆਰ ਹੁੰਦਾ ਗਿਆ ਤੇ ਮੈਂ ਸਕੂਲ ਦੇ ਵਿੱਚ ਬਹੁਤ ਸਾਰੀ ਐਕਟੀਵਿਟੀਜ਼ 'ਚ ਪਾਰਟਿਸਿਪੇਟ ਕਰਦੀ ਸੀ। ਜੇ ਮੈਂ ਗੱਲ ਕਰਾਂ ਕਿ ਮੈਂ ਪੇਂਟਿੰਗ ਨੂੰ ਪ੍ਰੋਪਰ ਪ੍ਰੋਫੈਸ਼ਨਲ 'ਚ ਲਿਆਉਣ ਦੀ ਤਾਂ ਨੀਅਰ 12 ਤੋਂ 13 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਛੋਟੇ ਬੱਚਿਆਂ ਨੂੰ ਦੇਖਿਆ ਕਿ
ਮਤਲਬ ਉਹ ਬਾਲਣ ਇਕੱਠਾ ਕਰ ਰਹੇ ਸੀ ਤਾਂ ਮੇਰੇ ਮਨ 'ਚ ਹੋਇਆ ਕਿ ਮੈਂ ਉਹਨਾਂ ਨੂੰ ਪੜ੍ਹਾਉਣ ਦੇ ਲਈ ਮੈਨੂੰ ਐਵੇਂ ਸੀ ਕਿ ਮੈਂ ਉਹਨਾਂ ਨੂੰ ਕੁਛ ਨਾ ਕੁਛ ਦੇਵਾਂ ਸੋ ਦੈਟ ਉਹ ਆ ਕੇ ਮੇਰੇ ਕੋਲ ਪੜ੍ਹਨ, ਕਿਉਂਕਿ ਉਹ ਇਸ ਬੈਕਗਰਾਊਂਡ ਤੋਂ ਸੀਗੇ ਕਿ ਉਹ ਪੜ੍ਹ ਨਹੀਂ ਸਕਦੇ ਸੀਗੇ। ਫਿਰ ਉਹਨਾਂ ਨੂੰ ਪੜ੍ਹਾਉਣ ਦੇ ਲਈ ਮੈਨੂੰ ਇਹ ਸੀਗਾ ਵੀ ਘਰਦਿਆਂ ਤੋਂ ਕਿੰਨੀ ਵਾਰ ਪੈਸੇ ਮੰਗ ਸਕਦੀ ਹਾਂ, ਠੀਕ ਹੈ। ਉਹਨੂੰ ਕੰਟੀਨਿਊ ਕਰਨ ਦੇ ਲਈ ਫਿਰ ਮੈਨੇ ਆਪਣਾ ਕੰਮ ਸ਼ੁਰੂ ਕੀਤਾ, ਕਿਉਂਕਿ ਬੀਐਡ ਦੇ ਵਿੱਚ ਟੀਚਰਸ ਹੁੰਦੇ ਸੀਗੇ, ਉਹਨਾਂ ਦੀ ਮੈਂ ਇੱਕ ਫਾਈਲ ਬਣਾਈ ਅਤੇ ਉਹਨਾਂ ਨੇ ਖੁਸ਼ ਹੋ ਕੇ ਮੈਨੂੰ 200 ਰੁਪਏ ਦਿੱਤਾ। ਉਹ 200 ਰੁਪਏ ਦੇ ਵਿੱਚੋਂ ਮੈਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਇੱਕ ਕਲਾ ਹੁੰਦੀ ਆ ਆਪਣਾ, ਜੋ ਆਪਣੇ ਅੰਦਰ ਪ੍ਰਮਾਤਮਾ ਨੇ ਗੁਣ ਬਖਸ਼ਿਆ ਹੈ, ਇਹ ਆਪਾਂ ਜਾਂ ਤਾਂ ਬਲੱਡ ਤੌਰ ਤੇ ਕਹਿ ਸਕਦੇ ਹਾਂ ਵੀ ਜਾਂ ਤਾਂ ਆਪਣੀ ਫੈਮਿਲੀ ਬੈਕਗਰਾਊਂਡ ਦੇ ਵਿੱਚ ਕੋਈ ਐਦਾਂ ਦਾ ਬੰਦਾ ਕੰਮ ਕਰਦਾ ਸੀਗਾ ਪਹਿਲਾਂ, ਜਾਂ ਤੁਹਾਨੂੰ ਇਹ ਆਪਣੇ ਆਪ ਤੁਸੀਂ ਹੌਲੀ ਹੌਲੀ ਕੋਈ ਐਵੇਂ ਦੱਸ ਸਕਦੇ ਹੋ ਕੋਈ ਫੈਮਿਲੀ ਦੇ ਵਿੱਚੋਂ ਕਰਦਾ ਸੀ ਕੰਮ, ਜਾਂ ਤੁਸੀਂ ਪਹਿਲੇ ਇਨਸਾਨ ਹੋ ਵੀ ਜਿਹੜੇ ਇਹ ਕੰਮ ਲੱਗੇ ਹੋ ਕਰਨ? ਬੇਸਿਕਲੀ ਮੇਰੀ ਫੈਮਿਲੀ 'ਚ ਕੋਈ ਆਰਟਿਸਟ ਨਹੀਂ ਆ, ਬਟ ਹਾਂ ਜਿਵੇਂ ਕਹਿੰਦੇ ਨਾ ਕਲਾ ਹਰ ਇੱਕ ਬੰਦੇ ਦੇ ਵਿੱਚ ਵਸਦੀ ਹੈ ਨਾ। ਜਿਵੇਂ ਮੇਰੀ ਮੰਮਾ ਕੁਕਿੰਗ ਕਰਦੇ ਨੇ, ਜਾਂ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ, ਸ਼ਾਇਦ ਮੇਰੇ ਟੀਚਰਸ ਦਾ ਗਾਈਡ ਕਰਨ ਦਾ ਤਰੀਕਾ ਐਵੇਂ ਸੀ ਕਿ ਮੇਰੀ ਰੁਚੀ ਕਲਰਸ ਦੇ ਨਾਲ, ਕੁਦਰਤ ਦੇ ਨਾਲ ਵੱਧਦੀ ਗਈ। ਔਰ ਜਿਵੇਂ ਕਹਿੰਦੇ ਜਦੋਂ ਮਤਲਬ ਜਿੱਥੇ ਚਾਹ ਹੋਵੇ ਉੱਥੇ ਰਾਹ ਵੀ ਬਣ ਜਾਂਦਾ। ਤਾਂ ਹੌਲੀ ਹੌਲੀ ਮਤਲਬ ਮੇਰੇ ਬੈਕਗਰਾਊਂਡ ਫੈਮਿਲੀ ਕੋਈ ਆਰਟਿਸਟ ਨਹੀਂ ਸੀਗੇ ਐਜ਼ ਅ ਲਾਈਕ ਪੇਂਟਿੰਗ ਆਰਟਿਸਟ, ਬਟ ਹਾਂ ਜਦੋਂ ਸਪੋਰਟ ਦੇ ਨਾਲ ਮੈਂ ਹੌਲੀ ਹੌਲੀ ਮੈਨੂੰ ਇਸ ਚੀਜ਼ ਦੇ ਵਿੱਚ ਰੁਚੀ ਹੋਰ ਵੱਧਦੀ ਗਈ। ਇਸ ਚੀਜ਼ ਦੀ ਸਟਾਰਟਿੰਗ ਕਦੋਂ ਕੀਤੀ ਤੁਸੀਂ ਨੇ? ਜਦੋਂ ਮੈਂ 12-13 ਸਾਲ ਦੀ ਸੀਗੀ ਤਾਂ ਮੈਂ ਇਹਦੀ ਸਟਾਰਟਿੰਗ ਕਰ ਚੁੱਕੀ ਸੀਗੀ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹਾਂ ਮੈਂ ਬੱਚਿਆਂ ਦੀ ਹੈਲਪ ਕਰਦੇ ਕਰਦੇ ਮੈਨੂੰ ਵੀ ਨਹੀਂ ਪਤਾ ਸੀ ਕਿ ਉਹਦੇ ਨਾਲ ਮੈਂ ਆਪਣੀ ਹੈਲਪ, ਉਹਨਾਂ ਦੇ ਨਾਲ ਮੈਂ ਆਪਣੀ ਹੈਲਪ ਕਰ ਰਹੀ ਹਾਂ। ਤਾਂ ਉਦੋਂ ਦੀ ਮੈਂ ਸਟਾਰਟਿੰਗ ਕੀਤੀ ਐਜ਼ ਅ ਪ੍ਰੋਫੈਸ਼ਨਲ। ਹੌਲੀ ਹੌਲੀ ਜਿਵੇਂ ਫਾਈਲਸ ਬਣਾਉਣਾ, ਉਸ ਤੋਂ ਬਾਅਦ ਫਾਈਲਸ ਦੇ ਨਾਲ ਨਾਲ ਮੈਨੂੰ ਆਰਡਰ ਆਏ ਪੇਂਟਿੰਗਸ ਦੇ। ਮੈਨੂੰ ਨਹੀਂ ਆਉਂਦੀ ਸੀ ਕਿਉਂਕਿ ਉਸ ਟਾਈਮ ਮਤਲਬ ਟੀਚਰ ਹੀ ਨਹੀਂ ਮਿਲੇ ਐਵੇਂ ਜੋ ਸਾਨੂੰ ਪ੍ਰੋਫੈਸ਼ਨਲੀ ਪੇਂਟਿੰਗ ਸਿਖਾਉਂਦੇ। ਬਟ ਹੌਲੀ ਹੌਲੀ ਫਿਰ ਕਾਲਜ 'ਚ ਪਹੁੰਚੇ ਤਾਂ ਕਾਲਜ ਟੀਚਰਸ ਮਨਵੀਰ ਮੈਮ ਹੈ ਨਾ, ਹੋਰ ਸਾਰੇ ਟੀਚਰਸ ਕਾਫੀ ਸਪੋਰਟ ਕਰਦੇ ਸੀਗੇ, ਤਾਂ ਹੌਲੀ ਹੌਲੀ ਉੱਥੋਂ ਦੀ ਲਰਨ ਕਰਦੇ। ਛੋਟੀ ਉਮਰ ਦੇ ਵਿੱਚ ਇੰਨਾ ਥਾਟ ਆਉਣਾ, ਇਸ ਚੀਜ਼ ਦਾ ਕਾਰਨ ਤੁਸੀਂ ਕਿਸ ਚੀਜ਼ ਨੂੰ ਮੰਨ ਰਹੇ ਹੋ ਵੀ ਇੰਨੀ ਕੁ ਉਮਰ ਦੇ ਵਿੱਚ ਹੀ ਐਵੇਂ ਦਾ? ਬੇਸਿਕਲੀ ਮੈਨੂੰ ਐਵੇਂ ਲੱਗਦਾ ਹੈ ਵੀ ਜਿਹੜੇ ਬੱਚੇ ਦੀ ਇੱਕ ਪਰਵਿਸ਼ ਹੁੰਦੀ ਹੈ ਨਾ, ਉਹ ਇਸ ਚੀਜ਼ ਨੂੰ ਕਿਤੇ ਨਾ ਕਿਤੇ ਹੁਨਾਰਾ ਪਾਲਦੇ ਆ। ਜਿਵੇਂ ਕਿ ਹੁਣ ਅੱਜ ਕੱਲ੍ਹ ਦੇ ਪੇਰੈਂਟਸ ਬਿਜ਼ੀ ਹੁੰਦੇ ਨੇ, ਠੀਕ ਹੈ, ਅਤੇ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ। ਤਾਂ ਸ਼ਾਇਦ ਅੱਜ ਦੇ ਜਿਹੜੀ ਜਨਰੇਸ਼ਨ ਕਹੀ ਜਾਂਦੀ ਹੈ ਵੀ ਕਿਤੇ ਨਾ ਕਿਤੇ ਗਲਤ ਕੰਮ ਜਾ ਰਹੀ ਹੈ, ਤਾਂ ਕਿਤੇ ਨਾ ਕਿਤੇ ਪੇਰੈਂਟਸ ਇਹਨਾਂ ਦੇ ਬੈਕਗਰਾਊਂਡ ਦੇ। ਜੇ ਮੈਂ ਆਪਣੀ ਗੱਲ ਕਰਾਂ ਕਿ ਹਾਂ ਮੈਨੂੰ ਕਿੰਨੇ ਪੁਸ਼ ਔਨ ਕੀਤਾ, ਤਾਂ ਸ਼ਾਇਦ ਮੇਰੇ ਪੇਰੈਂਟਸ ਹਨ ਜਿਨ੍ਹਾਂ ਨੂੰ ਉਹ ਜੋ ਮਤਲਬ ਉਹ ਨੀਡੀ ਦੀ ਹੈਲਪ ਕਰਦੇ ਨੇ, ਤਾਂ ਉਹਨਾਂ ਤੋਂ ਮੈਨੂੰ ਇਹ ਸਿੱਖਿਆ ਮਿਲਦੀ, ਮੈਨੂੰ ਆਪ ਰੁਚੀ ਪੈਦਾ ਹੋਈ। ਤਾਂ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਮੇਰੇ ਪੇਰੈਂਟਸ ਦੇ ਕਾਰਨ ਹੀ ਮੈਂ ਐਵੇਂ ਕਰ ਪਾ ਰਹੀ ਹਾਂ। ਅਤੇ ਤੁਹਾਨੂੰ ਜਿਵੇਂ ਅਸੀਂ ਕਹਿ ਦਈਏ ਵੀ ਆਪਾਂ ਇਸ ਚੀਜ਼ ਨੂੰ ਹੁਣ ਤੁਸੀਂ ਕਲਾ ਨੂੰ ਜਿਹੜੀ ਤੁਸੀਂ ਆਪਣੀ ਚਿੱਤਰਕਾਰੀ ਕਰਦੇ ਹੋ, ਇਸ ਚੀਜ਼ ਨੂੰ ਤੁਸੀਂ ਐਜ਼ ਅ ਸ਼ੌਂਕ ਦੇਖ ਰਹੇ ਹੋ ਜਾਂ ਐਜ਼ ਅ ਫਿਊਚਰ ਦੇਖ ਰਹੇ ਹੋ? ਬੇਸਿਕਲੀ ਇਸ ਟਾਈਮ ਇਹ ਮੇਰੀ ਜ਼ਿੰਦਗੀ ਆ। ਜਿਵੇਂ ਕਿ ਮੱਛਲੀ ਪਾਣੀ ਤੋਂ ਬਿਨਾਂ ਰਹਿੰਦੀ ਨਹੀਂ ਨਾ, ਉਵੇਂ ਮੈਨੂੰ ਐਵੇਂ ਲੱਗਦਾ ਕਿ ਮੇਰੀ ਪੇਂਟਿੰਗਸ ਨਹੀਂ ਹੋਊਗੀ ਤਾਂ ਮੈਂ ਕਿੱਥੇ ਮਰ ਜਾਊਂਗੀ। ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਪੇਂਟਿੰਗ ਛੋਟੀ ਨਹੀਂ, ਬਹੁਤ ਵੱਡਾ ਰੋਲ ਅਦਾ ਹੋ ਚੁੱਕਾ ਹੈ, ਅਤੇ ਮੇਰੇ ਲਈ ਇਹ ਮੇਰੀ ਜ਼ਿੰਦਗੀ ਹੈ। ਅਤੇ ਮੈਂ ਪ੍ਰੋਫੈਸ਼ਨਲੀ ਨੋ ਡਾਊਟ ਮੇਰੇ 'ਚ ਅਰਨਿੰਗ ਵੀ ਹੁੰਦੀ ਆ, ਮੈਂ ਅਰਨਿੰਗ ਕਰਦੀ ਹਾਂ। ਮੈਂ ਪਿਛਲੇ 14 ਸਾਲ ਤੋਂ ਇਹ ਤੋਂ ਅਰਨਿੰਗ ਵੀ ਕਰ ਰਹੀ ਹਾਂ। ਬਟ ਜੇ ਹੁਣ ਕਹਾਂ ਵੀ ਮੈਂ ਇਹ ਸ਼ੌਂਕ, ਮੈਨੂੰ ਐਵੇਂ ਅੱਛਾ ਲੱਗਦਾ ਆਪਣੇ ਅਹਿਸਾਸ ਨੂੰ ਇਹਨਾਂ ਦੇ ਵਿੱਚ ਭਾਲਣਾ, ਜਾਂ ਪੇਂਟਿੰਗ ਕਰਦੇ ਕਰਦੇ ਆਪਣੇ ਆਪ ਨੂੰ ਹੌਲਾ ਕਰਨਾ। ਤਾਂ ਬਹੁਤ ਸਾਰੀਆਂ ਚੀਜ਼ਾਂ, ਇੱਕ ਗੱਲਬਾਤ ਹੁੰਦੀ ਹੈ ਪੇਂਟਿੰਗ ਕਰਦੇ ਕਰਦੇ ਆਪਣੇ ਅਹਿਸਾਸ ਨਾਲ, ਆਪਣੇ ਆਪ ਨਾਲ ਅਸੀਂ ਵਿਚਰਦੇ ਹਾਂ। ਤਾਂ ਮਤਲਬ ਮੇਰੇ ਲਈ ਮੇਰੀ ਜ਼ਿੰਦਗੀ ਹੈ। ਜੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਇੱਕ ਜਿਹੜੇ ਆਪਣੇ ਮਾਤਾ ਪਿਤਾ ਹੁੰਦੇ ਨੇ, ਉਹ ਆਪਣੇ ਹਰੇਕ ਬੱਚੇ ਨੂੰ ਸੇਧ ਦਿੰਦੇ ਆ ਵੀ ਬੇਟਾ ਤੂੰ ਪੜ੍ਹ ਲਿਖ, ਆਪਣਾ ਕੋਈ ਜੋਬ ਕਰ ਜਾਂ ਕੋਈ ਵੀ ਗਵਰਨਮੈਂਟ ਜੋਬ ਕਰ। ਅਤੇ ਉਸ ਤੋਂ ਬਾਅਦ ਵੀ ਚਲੋ ਹਰੇਕ ਬੰਦੇ ਨੂੰ ਐਵੇਂ ਹੁੰਦਾ ਵੀ ਹਾਂਜੀ ਸਾਡਾ ਬੱਚਾ ਸੈਟਲ ਹੋਵੇ, ਠੀਕ ਆ, ਥੋੜ੍ਹੇ ਬਹੁਤੇ ਆਪਣੇ ਪੈਸੇ ਕਮਾਉਣ ਲੱਗੇ। ਜੇ ਆਪਾਂ ਅਰਨਿੰਗ ਦੇ ਪੁਆਇੰਟ 'ਤੇ ਦੇਖੀਏ ਤਾਂ ਇਹਦੇ ਵਿੱਚ ਤੁਸੀਂ ਫਿਊਚਰ ਦੇ ਤੌਰ 'ਤੇ ਕਿੰਨੇ ਕੁ ਸੇਵਿੰਗ ਦੇ ਤੌਰ 'ਤੇ ਕਿਵੇਂ ਤੁਸੀਂ ਚੱਲ ਪੈਂਦੇ ਹੋ? ਵੀ ਬੇਸਿਕਲੀ ਜਿਹੜੀ ਪੇਂਟਿੰਗ ਆ, ਮਤਲਬ ਮੈਨੂੰ ਐਵੇਂ ਲੱਗਦਾ ਜਦੋਂ ਇੱਕ ਆਰਟਿਸਟ ਆਪਣੀ ਜਿੰਨਾ ਕਲਾ ਨੂੰ ਪਿਆਰ ਦਿੰਦਾ ਨਾ, ਤਾਂ ਕਲਾ ਵੀ ਉਹਨੂੰ ਉਨੀ ਪਿਆਰ ਦਿੰਦੀ ਹੈ। ਜਿਵੇਂ ਆਪਾਂ ਅਰਨਿੰਗ ਦੀ ਗੱਲ ਵੀ ਕਰੀਏ ਤਾਂ ਕਿਤੇ ਨਾ ਕਿਤੇ ਅਰਨਿੰਗ ਵੀ ਇਹਦੇ ਬੇਸ ਹੀ ਹੈ। ਜਿੰਨਾ ਮੈਂ ਹੁਣ ਉਹਨੂੰ ਪਿਆਰ ਦਊਂਗੀ, ਮਤਲਬ ਮੈਨੂੰ ਨਹੀਂ ਲੱਗਦਾ ਵੀ ਕੋਈ ਕੰਮ ਵੱਡਾ ਜਾਂ ਛੋਟਾ ਹੁੰਦਾ, ਠੀਕ ਹੈ। ਚਾਹੇ ਗਵਰਨਮੈਂਟ ਜੋਬਸ ਲਾ ਲਓ ਜਾਂ ਫਿਰ ਕਿਸੇ ਇੱਕ ਆਰਟਿਸਟ ਦਾ ਆਪਣੀ ਕ੍ਰੀਏਟੀਵਿਟੀ ਲਾ ਲਓ, ਲਾਈਕ ਹਰ ਇੱਕ ਦਾ ਇੱਕ ਰੂਪ ਹੁੰਦਾ ਨਾ, ਉਸੇ ਤਰੀਕੇ ਨਾਲ ਮੈਂ ਇਹ 'ਚ ਅਰਨਿੰਗ ਕਰਦੀ ਹਾਂ, ਅੱਛੀ ਹੋ ਜਾਂਦੀ ਹੈ।
ਜਿਵੇਂ ਜਿਵੇਂ ਮੈਨੂੰ ਪਿਆਰ ਦਿੰਦੀ ਹਾਂ, ਜਿਸ ਟਾਈਮ ਵਰਕ ਹੁੰਦਾ ਹੈ ਉਸ ਟਾਈਮ ਅਰਨਿੰਗ ਹੋ ਜਾਂਦੀ ਆ। ਜਿਵੇਂ ਆਪਾਂ ਹਰੇਕ ਕੰਮ ਦੇ ਵਿੱਚ ਕਹਿ ਲੈਂਦੇ ਹਾਂ ਵੀ ਆਪਾਂ ਸਟੈਪ ਬਾਏ ਸਟੈਪ ਉੱਪਰ ਵੱਲ ਜਾਂਦੇ ਹਾਂ। ਜਿਵੇਂ ਹੁਣ ਤੁਹਾਨੂੰ ਇੰਨਾ ਟਾਈਮ ਹੋ ਗਿਆ, 13-14 ਸਾਲ ਦੇ ਕਰੀਬ ਹੋ ਗਿਆ, ਤੇ ਚਲੋ ਇਹ ਗੱਲ ਤਾਂ ਅਸੀਂ ਮੰਨ ਲੈਂਦੇ ਹਾਂ ਵੀ ਚਲੋ ਹੌਲੀ ਹੌਲੀ ਫਿਊਚਰ ਬਣਦਾ ਹੈ। ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀਗੀ ਉਹ ਤੋਂ ਬਾਅਦ ਤੁਸੀਂ ਥੋੜ੍ਹੇ ਬਹੁਤੇ ਪੈਸੇ ਕਮਾਏ ਹੋਣਗੇ, ਇਸ ਕੰਮ ਦੇ ਵਿੱਚ ਤੁਹਾਨੂੰ ਤਰੱਕੀ ਮਿਲੀ? ਬੇਸਿਕਲੀ ਹਾਂਜੀ, ਮੈਂ ਖੁਦ ਸੋਚਦੀ ਮੈਨੂੰ ਇਹ ਤਾਂ ਸਿਰਫ ਤਰੱਕੀ ਨਹੀਂ, ਮੈਨੂੰ ਇੱਕ ਆਪਣਾ ਸੰਸਾਰ ਮਿਲਿਆ। ਜਿਵੇਂ ਕਿ ਮੈਂ ਜਦੋਂ ਸਟਾਰਟਿੰਗ ਕੀਤੀ ਸੀਗੀ, ਮੈਂ ਉਹ ਬੱਚਿਆਂ ਦੀ ਹੈਲਪ ਲਈ ਕੀਤੀ ਸੀਗੀ, ਹੈ ਨਾ, ਕਿ ਮੈਂ ਉਹਨਾਂ ਨੂੰ ਪੜ੍ਹਾ ਸਕਾਂ। ਜਿਵੇਂ ਕਿ ਮੈਂ ਹੁਣ ਇਸ ਟਾਈਮ ਵੀ ਅਨਾਥ ਬੱਚਿਆਂ ਦੇ ਸਕੂਲ 'ਚ ਜਾ ਕੇ ਜਾਂ ਹੈਂਡੀਕੈਪ ਸਕੂਲਸ 'ਚ ਜਾ ਕੇ ਮੈਂ ਫ੍ਰੀ ਵਰਕਸ਼ਾਪਸ ਲਗਾਉਂਦੀ ਹਾਂ, ਕਿਉਂਕਿ ਮੈਨੂੰ ਇਹ ਲੱਗਦਾ ਇੱਕ ਐਵੇਂ ਜਿਹੀ ਦਾਤ ਹੈ ਜਿਹਨੂੰ ਵੰਡਿਆ ਜਾ ਸਕੇ। ਅਤੇ ਜਿਵੇਂ ਸਟਾਰਟਿੰਗ ਦੇ ਵਿੱਚ ਮੈਂ 200 ਰੁਪਏ ਦੀ ਫਾਈਲ ਵੇਚਣੀ, 20 ਰੁਪਏ ਦਾ ਕੁਛ ਕੰਮ ਕਰ ਦੇਣਾ, ਕੋਈ ਡਾਇਗਰਾਮਸ ਬਣਾ ਦੇਣੀ, ਹੈ ਨਾ। ਹੌਲੀ ਹੌਲੀ ਹੁਣ ਫਿਰ ਮੇਰੀ ਇਸ ਟਾਈਮ ਮੇਰੀ ਮਤਲਬ ਇੱਕ ਪੇਂਟਿੰਗ 5 ਲੱਖ ਦੀ ਵੀ ਸੇਲ ਹੋਈ ਆ, ਤਾਂ ਮਤਲਬ ਵਰਲਡ ਰਿਕਾਰਡ ਵੀ ਬਣੇ ਹੈ। ਉਸ ਤੋਂ ਬਾਅਦ ਇੱਕ ਆਪਣੀ ਅਲੱਗ ਪਹਿਚਾਣ ਵੀ ਹੋਈ ਹੈ ਕਿੱਥੇ, ਹੈ ਨਾ। ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਨਾਲ ਦਿਆਂ ਨੂੰ ਜਿਹੜੀ ਮੈਂ ਸੋਚਦੀ ਮੇਰੀ ਅਮੀਰੀ ਹੈ, ਇਸ ਟਾਈਮ ਬਹੁਤ ਮਤਲਬ ਏਜ ਵੂਮੈਨਸ ਵੀ ਆ ਕੇ ਸਿੱਖਦੀਆਂ, ਕਿਉਂਕਿ ਮੈਂ ਹੁਣ ਸਮਰ ਕੈਂਪ ਲਗਾਇਆ ਸੀਗਾ, ਤਾਂ ਮੈਂ ਦੇਖਿਆ ਉਹਦੇ ਵਿੱਚ ਇੱਕ ਮਤਲਬ ਸਿਰਫ ਬੱਚੇ ਨਹੀਂ, ਮੇਰੇ ਨਾਲ ਦੇ ਨਹੀਂ, ਹੁਣ ਏਜ ਲੇਡੀਜ਼ ਵੀ ਇਹਦੇ ਉੱਪਰ ਕੰਮ ਕਰਨ ਲੱਗ ਗਈਆਂ। ਠੀਕ ਹੈ, ਹੁਣ ਉਹ ਚਾਹੁੰਦੀਆਂ ਵੀ ਅਸੀਂ ਠੀਕ ਹੈ, ਅਸੀਂ ਸਾਰੀ ਉਮਰ ਨਹੀਂ ਕੰਮ ਕੀਤਾ, ਪਰ ਅਸੀਂ ਹੁਣ ਬਾਹਰ ਆਈਏ। ਹੁਣ ਮੈਂ ਰੀਸੈਂਟਲੀ ਸੂਟ ਪੇਂਟਿੰਗ ਸਿਖਾਈ ਹੈ ਬੱਚਿਆਂ ਨੂੰ, ਉਹਦੇ ਵਿੱਚ ਇੱਕ ਲੇਡੀ ਸੀਗੀ, ਸ਼ੀ ਇਜ਼ ਆਫ 45 ਈਅਰਸ, ਪਰ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਕਿ ਹੁਣ ਸਾਡਾ ਸਮਾਜ ਕਿਤੇ ਹੌਲੀ ਹੌਲੀ ਤਰੱਕੀ ਕਰ ਰਿਹਾ ਹੈ। ਜਿਸ ਟਾਈਮ ਮੈਂ ਕੰਮ ਸ਼ੁਰੂ ਕੀਤਾ ਸੀ ਉਸ ਟਾਈਮ ਮੈਨੇ ਕਦੀ ਦੇਖਿਆ ਹੀ ਨਹੀਂ ਸੀ ਉਹਦੇ ਕੋਈ ਆਰਟ ਵਰਕ ਕੋਈ ਕਰ ਰਿਹਾ ਜਦੋਂ ਮੈਂ ਸਟਾਰਟਿੰਗ ਸੀ, ਕਿਉਂਕਿ ਸ਼ਾਇਦ ਜੇ ਮੈਨੂੰ ਉੱਥੇ ਕੋਈ ਗਾਈਡੈਂਸ ਮਿਲੀ ਹੁੰਦੀ ਤਾਂ ਮੈਂ ਅੱਜ ਥੋੜ੍ਹਾ ਹੋਰ ਅੱਗੇ ਹੁੰਦੀ। ਪਰ ਅੱਜ ਮੈਨੂੰ ਇਹ ਦੇਖ ਕੇ ਬਹੁਤ ਅੱਛਾ ਮਹਿਸੂਸ ਹੋ ਰਿਹਾ ਵੀ ਸਾਡੇ ਹੀ ਜ਼ਿਲ੍ਹੇ ਦੇ ਵਿੱਚ ਲੇਡੀਜ਼ ਵੀ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ, ਈਵਨ ਮਦਰਸ ਜਿਨ੍ਹਾਂ ਦੇ ਬੱਚੇ ਵੀ ਵਿਆਹੇ ਗਏ ਤੇ ਉਹ ਵੀ ਬਾਹਰ ਆ ਰਹੀਆਂ। ਤਾਂ ਮੈਨੂੰ ਲੱਗਦਾ ਮੇਰੀ ਅਮੀਰੀ ਇਹੀ ਆ। ਤੁਹਾਡੇ ਇਹ 14 ਸਾਲਾਂ ਦੇ ਕਰੀਅਰ ਦੇ ਵਿੱਚ, ਚਲੋ ਕਰੀਅਰ ਤੁਹਾਡਾ ਅੱਗੇ ਜਾਣਾ, ਇਹ 14 ਸਾਲਾਂ ਦੇ ਕਰੀਅਰ ਦੇ ਵਿੱਚ ਉਹ ਕਿਹੜਾ ਟਾਈਮ ਸੀ, ਕਿਹੜਾ ਮੌਕਾ ਸੀ ਜਿੱਥੋਂ ਤੁਹਾਨੂੰ ਇੱਕ ਪਹਿਚਾਣ ਮਿਲੀ ਸੀ, ਜਿੱਥੋਂ ਤੁਸੀਂ ਜ਼ਿਆਦਾ ਐਪਰੀਸ਼ੀਏਟ ਹੋਏ ਵੀ ਹਾਂ ਮੈਂ ਵੀ ਇਹ ਕੰਮ ਕਰ ਸਕਦੀ ਹਾਂ? ਕੋਈ ਅਜਿਹਾ ਮੌਕਾ ਸੀਗਾ ਵੀ ਜਿੱਥੋਂ ਤੁਹਾਨੂੰ ਜ਼ਿਆਦਾ ਤੁਸੀਂ ਉੱਭਰ ਕੇ ਮੂਹਰੇ ਆਏ? ਬੇਸਿਕਲੀ ਹਰ ਸਾਲ ਨਾ ਮੈਂ ਸਭਾ ਤੇ ਛੋਟੇ ਸਾਹਿਬਜ਼ਾਦਿਆਂ ਜੀ ਦੀ ਜੀਵਨ ਨੂੰ ਲੈ ਕੇ ਉਰੇ ਇੱਕ ਆਰਟ ਐਗਜ਼ੀਬਿਸ਼ਨ ਲਗਾਉਂਦੀ ਹਾਂ, ਜਿਹਦਾ ਮੇਨ ਮਕਸਦ ਇਹ ਹੁੰਦਾ ਕਿਉਂਕਿ ਉਹਦੇ ਬਹੁਤ ਲੱਖਾਂ ਦੀ ਅਮਾਊਂਟ ਦੇ ਵਿੱਚ ਲੋਕ ਆਉਂਦੇ ਨੇ ਨਾ, ਤੇ ਉਹਨਾਂ ਨੂੰ ਆਉਂਦੇ ਉਰੇ ਜ਼ਰੂਰ ਹੈ, ਬਟ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਇਤਿਹਾਸ ਕੀ ਹੈ। ਕੋਈ ਇਹਨੂੰ ਮੇਲਾ ਸਮਝਦੇ ਆ ਰਹੇ ਹੁੰਦੇ, ਤਾਂ ਮੇਰੀ ਛੋਟੀ ਜਿਹੀ ਕੋਸ਼ਿਸ਼ ਹੁੰਦੀ ਹੈ ਵੀ ਜੇ ਉਰੇ ਕੁਛ ਮੇਰੇ ਕੋਲ ਆ ਕੇ ਮੇਰੀ ਪੇਂਟਿੰਗਸ ਦੇ ਦੇ, ਉਹਨਾਂ ਨੂੰ ਸਾਡੀ ਜਿਹੜੀ ਧਰਤੀ ਇੰਨੀ ਅਮੀਰ ਵਾਲੀ ਧਰਤੀ ਹੈ ਯਾਨੀ ਇੰਪੋਰਟੈਂਸ ਹੈ ਉਹਨਾਂ ਨੂੰ ਪਤਾ ਲੱਗੇ। ਜਦੋਂ ਆ ਕੇ ਉਹ ਦੇਖਦੇ ਨੇ, ਉਹਨਾਂ ਦੀ ਮਤਲਬ ਅੱਖਾਂ 'ਚ ਹੰਝੂ ਆਉਂਦੇ ਨੇ, ਤਾਂ ਮਤਲਬ ਮੈਨੂੰ ਲੱਗਦਾ ਵੀ ਮੈਂ ਸਕਸੈਸਫੁਲ ਹਾਂ। ਤਾਂ ਉਸ ਮੂਮੈਂਟ ਤੋਂ ਮੈਨੂੰ ਐਵੇਂ ਲੱਗਦਾ ਆ ਰਿਹਾ ਜਿਵੇਂ ਹਰ ਸਾਲ ਜਦੋਂ ਮੈਂ ਫਸਟ ਟਾਈਮ ਲਾਈ ਸੀ ਤਾਂ ਮੇਰੀ 2-3 ਪੇਂਟਿੰਗ ਸੀ, ਫਿਰ ਮੈਂ ਵਧਾਈਆਂ, ਹੋਰ ਹੁੰਗਾਰਾ ਮਿਲਿਆ। ਹੌਲੀ ਹੌਲੀ ਜਿਵੇਂ ਮੈਂ ਕੰਮ ਕਰਦੀ ਰਹੀ ਹਾਂ, ਲੋਕਾਂ ਵੱਲੋਂ ਸਪੋਰਟ ਵੀ ਪੂਰੀ ਆ ਰਹੀ ਹੈ, ਤੇ ਕਿਤੇ ਮੈਨੂੰ ਪੁਸ਼ ਹੁੰਦਾ ਹੈ। ਤਾਂ ਨੋ ਡਾਊਟ ਜਦੋਂ ਆਪਾਂ ਅੱਗੇ ਜਾਂਦੇ ਹਾਂ ਤਾਂ ਪਿੱਛੇ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ, ਬਟ ਜਦੋਂ ਕਿਤੇ ਪੇਰੈਂਟਸ ਦੀ ਸਪੋਰਟ ਨਾਲ ਹੋਰ ਸਾਰੇ ਅੱਛੇ ਪੋਜ਼ਿਟਿਵ ਰਿਵਿਊਜ਼ ਵੀ ਆਉਂਦੇ ਨੇ, ਉਹਨਾਂ ਦੀ ਸਪੋਰਟ ਨਾਲ ਫਿਰ ਅੱਗੇ ਕੰਮ ਕਰਨ ਦਾ ਰੂਹ ਆਪਣੇ ਆਪ ਹੀ ਬਣ ਜਾਂਦੀ ਹੈ। ਇੱਕ ਕਲਾਕਾਰ ਹੁੰਦਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਪੂਰਾ ਮਹਾਰਤ ਹੁੰਦਾ, ਤੇ ਤੁਹਾਨੂੰ ਕੁਝ ਆਈਡੀਆ ਹੋਵੇ ਜਾਂ ਯਾਦ ਹੋਵੇ ਵੀ ਤੁਸੀਂ ਹੁਣ ਤੱਕ ਕਿੰਨੀਆਂ ਪੇਂਟਿੰਗ ਬਣਾ ਚੁੱਕੇ ਹੋ? ਮੈਂ ਨੀਅਰ 7000 ਪੇਂਟਿੰਗਸ ਤਾਂ ਆਰਾਮ ਨਾਲ ਸੇਲ ਕਰ ਚੁੱਕੀ ਹਾਂ। ਕੁਛ ਆਰਡਰ ਵਰਕ ਲਾਈਕ ਕਾਪੀ ਵਰਕ ਹੁੰਦਾ ਹੈ, ਕੁਛ ਮੇਰੇ ਓਰੀਜਨਲ ਵਰਕ ਵੀ ਗਏ ਨੇ ਜਿਹਦੇ ਵਿੱਚ ਮੇਰੇ ਅਹਿਸਾਸ ਪ੍ਰਗਟ ਹੁੰਦੇ ਨੇ, ਮਤਲਬ ਮੇਰੀ ਆਪਣੀ ਓਰੀਜਨਲ ਆਰਟ ਹੁੰਦੀ ਆ। ਤਾਂ ਨੀਅਰ 7000 ਵਰਕ ਮੈਂ ਸੇਲ ਕਰ ਚੁੱਕੀ ਹਾਂ। ਕੁਛ ਕਰਾਫਟ ਵਰਕ, ਕੁਛ ਇੰਸਟੋਲੇਸ਼ਨ, ਕੁਛ ਲਾਈਕ ਪੋਰਟ ਵਰਕ ਕਹਿ ਸਕਦੇ ਹਾਂ, ਕੁਛ ਰੈਸਿਨ ਆਰਟ, ਕੁਛ ਕੈਲੀਗ੍ਰਾਫੀ ਆਰਟ। ਮੈਂ ਨੀਅਰ 7000 ਵਰਕ ਕੰਪਲੀਟ ਕਰ ਚੁੱਕੀ ਹਾਂ। ਤੁਹਾਡਾ ਕੋਈ ਐਵੇਂ ਦਾ ਹੋਇਆ ਹੋਵੇ ਵੀ ਤੁਸੀਂ ਉਰੇ ਤੋਂ ਨਿਕਲ ਕੇ ਤੁਹਾਡੀ ਕੋਈ ਪੇਂਟਿੰਗ ਕਿਸੇ ਹੋਰ ਸ਼ਹਿਰ, ਕਿਸੇ ਹੋਰ ਦੇਸ਼ ਗਈ ਹੋਵੇ? ਬੇਸਿਕਲੀ ਇਹ ਮੇਰੇ ਨਾਲ ਬਹੁਤ ਵਾਰੀ ਹੋਇਆ। ਈਵਨ ਜਦੋਂ ਸਟਾਰਟਿੰਗ 'ਚ ਇਹ ਹੋਇਆ ਸੀ ਤਾਂ ਮੈਂ ਬਹੁਤ ਖੁਸ਼ ਸੀਗੀ। ਮੇਰੀ ਫਰਸਟ ਪੇਂਟਿੰਗ ਕੈਨੇਡਾ ਸੇਲ ਹੋਈ ਸੀਗੀ ਨੀਅਰ 10000 ਦੀ, ਤਾਂ ਉਸ ਟਾਈਮ ਮੇਰਾ ਮਤਲਬ ਇੱਕ ਹੌਸਲਾ ਕਹਿੰਦੇ ਨਾ ਡਬਲ ਹੋ ਗਿਆ ਸੀਗਾ। ਅਤੇ ਇਸ ਟਾਈਮ ਤੱਕ ਨਿਊਜ਼ੀਲੈਂਡ, ਆਸਟ੍ਰੇਲੀਆ,
ठीक है, इवन दुबई काफ़ी वर्क सेल हो चुका है, तो कंटिन्यूसली ऑर्डर्स वगैरह अच्छे हो जाता है, मतलब एप्रीशिएट भी मिलती है, कितने कमियां भी पता लगदियां, बट चली जाता है। ਤਾਂ ਇਹਦੇ ਵਿੱਚ ਜਿਵੇਂ ਤੁਹਾਡਾ ਇਹ ਪ੍ਰੋਫੈਸ਼ਨ ਆ, ਇਹਦੇ ਵਿੱਚ ਆਪਾਂ ਨੂੰ ਕੰਮ ਲੱਭਣਾ ਪੈਂਦਾ ਹੈ ਕਿ ਆਪਾਂ ਨੂੰ ਮਿਲਦਾ ਹੈ ਇਸ ਚੀਜ਼ ਦਾ? ਬੇਸਿਕਲੀ ਜੇ ਮੈਂ ਕੰਮ ਦੀ ਗੱਲ ਕਰਾਂ, ਲੱਭਣਾ ਪੈਂਦਾ। ਇਹ ਕੰਮ ਨਾ ਲੱਭਣਾ ਪੈਂਦਾ ਤੇ ਨਾ ਆਪਣੇ ਆਪ ਕੋਲ ਆਉਂਦਾ। ਜਦੋਂ ਅਸੀਂ ਕੁਝ ਨਵਾਂ ਕਰਦੇ ਆ ਨਾ, ਤਾਂ ਇੱਕ ਜਦੋਂ ਲੋਕ ਦੇਖਦੇ ਨੇ, ਹੁਣ ਇੱਕ ਜਿਵੇਂ ਕਹਿੰਦੇ ਨਾ, ਹਰ ਇੱਕ ਚੀਜ਼ ਨੂੰ, ਹਰ ਇੱਕ ਬੰਦੇ ਨੂੰ ਆਪਣੀ ਆਪਣੀ ਨੀਡਸ ਦਾ ਹੁੰਦਾ। ਜਦੋਂ ਅਸੀਂ ਆਪਣਾ ਕੰਮ ਕਰਦੇ ਹਾਂ ਤਾਂ ਇੱਕ ਆਰਟ ਲਵਰ ਵੀ ਬਹੁਤ ਸਾਰੇ ਨੇ, ਉਹਨਾਂ ਦੀ ਆਪਣੀ ਆਪਣੀ ਰੁਚੀ ਹੁੰਦੀ ਹੈ, ਉਹ ਆਪਣੇ ਆਪ ਕਈ ਲੱਭ ਲੈਂਦੇ ਨੇ। ਕਈਆਂ ਤੋਂ ਜਦੋਂ ਅਸੀਂ ਐਜ਼ ਅ ਆਰਟ ਐਗਜ਼ੀਬਿਸ਼ਨ ਆਰਗੇਨਾਈਜ਼ ਕਰਦੇ ਹਾਂ, ਉੱਥੇ ਹੁੰਦੇ ਨੇ, ਪ੍ਰੈਜ਼ੈਂਸ ਹੁੰਦੇ ਨੇ, ਤਾਂ ਉਹ ਕਈ ਵਾਰ ਲੱਭਣਾ ਵੀ ਪੈਂਦਾ ਤੇ ਆਪਣੇ ਆਪ ਆ ਵੀ ਜਾਂਦੇ ਨੇ। ਜੇ ਆਪਾਂ ਬਿਜ਼ਨਸ ਦੇ ਤੌਰ ਤੇ ਤੁਹਾਡੇ ਪ੍ਰੋਫੈਸ਼ਨ ਨੂੰ ਦੇਖ ਰਹੇ ਹਾਂ, ਤਾਂ ਤੁਹਾਨੂੰ ਆਰਡਰ ਵਗੈਰਾ ਪਹਿਲਾਂ ਤੋਂ ਮਿਲਦੇ ਨੇ ਕਿ ਵੀ ਤੁਸੀਂ ਸਿਰਫ ਆਪਣੀ ਪੇਂਟਿੰਗ ਬਣਾ ਕੇ ਇੱਕ ਐਗਜ਼ੀਬਿਸ਼ਨ ਦੇ ਵਿੱਚ ਹੀ ਸੇਲ ਕਰਦੇ ਹੋ? ਕੁਝ ਪੇਂਟਿੰਗਸ ਲਾਈਕ ਮੈਨੂੰ ਆਪਣੇ ਵੱਲੋਂ ਵੀ ਬਣਾਉਂਦੀਆਂ, ਜਿਹਦੇ ਵਿੱਚ ਮੇਰੇ ਆਪਣੇ ਅਹਿਸਾਸ ਪਾਉਂਦੀਆਂ, ਹੈ ਨਾ, ਜੋ ਕਿ ਆਰਡਰ ਵਰਕ ਨਹੀਂ ਹੁੰਦਾ। ਉਹ ਮੇਰੇ ਆਪਣੇ ਮਤਲਬ ਥੋਟਸ ਹੁੰਦੇ ਨੇ, ਆਪਣੀ ਲਾਈਕ ਪਰਸਨੈਲਿਟੀ ਨੂੰ ਲੈ ਕੇ ਰਿਪਰੈਜ਼ੈਂਟ ਹੁੰਦਾ। ਸ਼ਾਇਦ ਜਦੋਂ ਮੈਂ ਤੰਗ ਹੁੰਦੀ ਹਾਂ ਤਾਂ ਵੀ ਪੇਂਟਿੰਗ ਕਰਦੀ ਹਾਂ, ਜਦੋਂ ਮੈਂ ਖੁਸ਼ ਹੁੰਦੀ ਹਾਂ ਤਾਂ ਵੀ ਮੈਨੂੰ ਪੇਂਟਿੰਗ ਕਰਨ ਦਾ ਸ਼ੌਂਕ ਹੁੰਦਾ, ਹੈ ਨਾ। ਅਤੇ ਆਰਡਰ ਵਰਕ ਦੀ ਗੱਲ ਕਰਾਂ ਤਾਂ ਮੈਂ ਉਹ ਆਪਣੇ ਵੱਲੋਂ ਵੀ ਆਰਡਰ ਆ ਜਾਂਦੇ, ਜਿਵੇਂ ਕਿ ਪੋਰਟਰੇਟ। ਕਈਆਂ ਨੂੰ ਆਪਣੇ ਜਿਵੇਂ ਗ੍ਰੈਂਡ ਪੇਰੈਂਟਸ, ਕਈਆਂ ਦੀ ਫੋਟੋ ਬਹੁਤ ਧੁੰਦਲੀ ਹੁੰਦੀ ਆ, ਉਹ ਕੋਸ਼ਿਸ਼ ਕਰਦੇ ਵੀ ਅਸੀਂ ਇਹਨਾਂ ਨੂੰ ਬਣਾਈਏ ਇੱਕ ਯਾਦਗਾਰ ਵਾਸਤੇ, ਤਾਂ ਉਵੇਂ ਜਿਹੇ ਆਰਡਰਸ ਵੀ ਆ ਜਾਂਦੇ ਨੇ। ਤਾਂ ਜਿਹੜੇ ਕੁਛ ਐਵੇਂ ਜਿਹੇ ਵਰਕ ਵੀ ਹੁੰਦੇ ਜਿਹੜੇ ਮੇਰੇ ਓਰੀਜਨਲ ਵੀ ਸੇਲ ਹੁੰਦੇ ਨੇ, ਕਿਉਂਕਿ ਉਹ ਕਈ ਵਾਰ ਕਹਿੰਦੇ ਨੇ ਵੀ ਮੈਂ ਆਪਣੀ ਇਮੈਜੀਨੇਸ਼ਨ ਨਾਲ ਪੇਂਟਿੰਗ ਬਣਾ ਰਹੀ ਹੁੰਦੀ ਹਾਂ, ਪਰ ਜੇ ਦੇਖਣ ਵਾਲਾ ਦੀ ਆਪਣੀ ਇਮੈਜੀਨੇਸ਼ਨ ਕ੍ਰੀਏਟ ਹੋ ਜਾਂਦੀ ਹੈ, ਤਾਂ ਦੋਨੋਂ ਤਰੀਕੇ ਨਾਲ ਆਰਡਰਸ ਆ ਜਾਂਦੇ ਨੇ। ਕੁਛ ਮੇਰੀ ਓਰੀਜਨਲ ਸੇਲ ਵੀ ਹੁੰਦੇ ਨੇ, ਉਵੇਂ ਵੀ ਹੁੰਦੇ ਨੇ। ਤੁਸੀਂ ਹੁਣ ਜਿਵੇਂ ਕਹਿ ਰਹੇ ਹੋ ਵੀ ਇੱਕ ਤੁਸੀਂ ਆਰਡਰ ਦੇ ਉੱਪਰ ਸੇਲ ਕਰਦੇ ਹੋ ਤੇ ਇੱਕ ਤੁਹਾਡੇ ਆਪਣੇ ਥਾਟ, ਤੁਹਾਡੀ ਫੀਲਿੰਗਸ ਹੁੰਦੀਆਂ ਨੇ, ਇਹ ਦੋਵਾਂ ਦੇ ਵਿੱਚੋਂ ਜ਼ਿਆਦਾ ਹੰਗਾਰਾ ਕਿਸ ਚੀਜ਼ ਨੂੰ ਮਿਲਿਆ? ਤੁਹਾਡੇ ਆਪਣੇ ਥਾਟਸ ਨੂੰ ਮਿਲਿਆ ਜਾਂ ਫਿਰ ਜਿਹੜੇ ਤੁਸੀਂ ਆਰਡਰ ਦੇ ਉੱਪਰ ਕਰਦੇ ਹੋ, ਜ਼ਿਆਦਾ ਵਧੀਆ ਕਿਹੜੀਆਂ ਚੀਜ਼ਾਂ ਦੇਖੀਆਂ ਗਈਆਂ? ਜੇ ਮਤਲਬ ਮੇਰਾ ਆਪਣਾ ਮੈਂ ਆਪਣੀ ਨਜ਼ਰ ਨਾਲ ਵੀ ਦੇਖਾਂ, ਤਾਂ ਜਦੋਂ ਅਸੀਂ ਆਪਣੇ ਕ੍ਰੀਏਸ਼ਨ ਕਰਦੇ ਹਾਂ ਨਾ, ਤਾਂ ਉਹ ਇੱਕ ਅਲੱਗ ਰੂਪ ਹੁੰਦਾ, ਉਹਦੇ ਵਿੱਚ ਅਲੱਗ ਫੀਲਿੰਗਸ ਹੁੰਦੀਆਂ ਨੇ ਸਾਡੀਆਂ, ਠੀਕ ਹੈ। ਕਿਉਂਕਿ ਹਰ ਇੱਕ ਜਿਹੜਾ ਵੀ ਆਰਟਿਸਟ ਦੀ ਆਪਣੀ ਓਰੀਜਨਲ ਵਰਕ ਹੁੰਦਾ ਹੈ, ਉਹਦੇ ਵਿੱਚ ਉਹ ਆਪਣੇ ਆਪ ਨੂੰ ਸਮਾਉਂਦਾ, ਠੀਕ ਹੈ। ਉਹਦੇ ਜਦੋਂ ਰਿਵਿਊਜ਼ ਪੋਜ਼ਿਟਿਵ ਭਾਵੇਂ ਨੈਗੇਟਿਵ, ਕਿਤੇ ਉਹ ਜ਼ਿਆਦਾ ਕਲੋਜ਼ ਹੁੰਦਾ ਉਸ ਪੇਂਟਿੰਗਸ 'ਚ ਨਾਲ ਐਜ਼ ਕੰਪੇਅਰ ਟੂ ਕਾਪੀ ਵਰਕ। ਜਦੋਂ ਅਸੀਂ ਕਿਸੇ ਦਾ ਪੋਰਟਰੇਟ ਬਣਾਉਂਦੇ ਹਾਂ, ਨੋ ਡਾਊਟ ਅਸੀਂ ਕਿਸੇ ਨੂੰ ਦੇਖ ਕੇ ਕਿਸੇ ਦੇ ਮਤਲਬ ਫੀਚਰਸ ਬਣਦੇ ਹਾਂ, ਕਿਤੇ ਕਾਪੀ ਵਰਕ ਹੁੰਦਾ, ਉਹਨਾਂ ਸਾਡਾ ਆਪਣੇ ਦਿਲ ਤੋਂ ਇੰਨਾ ਸਾਂਝਾ ਪਿਆਰ ਨਹੀਂ ਪੈਂਦਾ। ਪਰ ਜੇ ਸਾਡੇ ਇਮੋਸ਼ਨਸ ਦੀ ਗੱਲ ਕਰਾਂ, ਤਾਂ ਕੁਛ ਪੇਂਟਿੰਗਸ ਜਦੋਂ ਹੁੰਦੀਆਂ ਨਾ, ਉਹ ਸਾਡੇ ਇਮੋਸ਼ਨਸ ਹੁੰਦੇ ਨੇ ਉਹਦੇ ਵਿੱਚ। ਜਦੋਂ ਇਮੋਸ਼ਨਸ ਹੁੰਦੇ ਨੇ ਤਾਂ ਅਫਕੋਰਸ ਸਾਨੂੰ ਉਹ ਜ਼ਿਆਦਾ ਅਟਰੈਕਟ ਕਰਦੀਆਂ ਐਜ਼ ਕੰਪੇਅਰ ਟੂ ਦਿਸ। ਇੱਕ ਵਧੀਆ ਕਲਾਕਾਰ ਜਦੋਂ ਕੋਈ ਵੀ ਕਲਾ ਕਰਦਾ, ਤਾਂ ਉਹ ਉਸ ਚੀਜ਼ ਨੂੰ ਦੇਖਦਾ ਕਿਵੇਂ ਹੈ? ਜਿਵੇਂ ਲਾਈਕ ਤੁਸੀਂ ਕੋਈ ਫੋਟੋ ਬਣਾ ਰਹੇ ਹੋ, ਕੋਈ ਤਸਵੀਰ ਬਣਾ ਰਹੇ ਹੋ, ਤੁਸੀਂ ਉਸ ਚੀਜ਼ ਦਾ ਕਿਵੇਂ ਦੇਖੋਗੇ ਉਹਨੂੰ, ਜਿਵੇਂ ਜਦੋਂ ਤੁਸੀਂ ਉਹਨੂੰ ਕਾਗਜ਼ ਦੇ ਉੱਪਰ ਉਤਾਰਨਾ ਹੈ? ਬੇਸਿਕਲੀ ਇਹ ਵੀ ਕਿਤੇ ਇਹਦਾ ਆਨਸਰ ਵੀ ਮੈਂ ਕਹੂੰਗੀ ਅਹਿਸਾਸ ਨਾਲ। ਜਦੋਂ ਅਸੀਂ ਅਹਿਸਾਸ, ਜਿਵੇਂ ਕਿ ਇੱਕ ਮਤਲਬ ਆਰਟਿਸਟ ਸੀਗੇ, ਉਹਨਾਂ ਨੂੰ ਨਾ ਕਿਹਾ ਗਿਆ ਸੀਗਾ ਵੀ ਤੁਸੀਂ ਇੱਕ ਲੇਬਰ ਕਰਦੇ ਦੀ ਫੋਟੋ ਬਣਾਉਣੀ ਆ, ਹੈ ਨਾ। ਤਾਂ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਮੈਂ ਲੇਬਰ ਕਰੂੰਗਾ, ਉਹਨਾਂ ਦਾ ਦਰਦ ਸਹੂੰਗਾ, ਤਾਂ ਹੀ ਮੈਂ ਪੇਂਟਿੰਗ ਬਣਾ ਸਕਦਾ। ਤਾਂ ਜਦੋਂ ਅਸੀਂ ਅਹਿਸਾਸ ਕੋਈ ਵੀ ਪੇਂਟਿੰਗ ਜਾਂ ਕਿਸੇ ਵੀ ਚੀਜ਼ ਨੂੰ ਦੇਖਦੇ ਹਾਂ, ਜਦ ਤੱਕ ਸਾਡੇ ਇਮੋਸ਼ਨਸ ਜਾਂ ਉਸ ਚੀਜ਼ ਨਾਲ ਜਦੋਂ ਹੁੰਦੇ ਨਹੀਂ ਨਾ, ਜਦ ਤੱਕ ਸਾਡੀ ਪੇਂਟਿੰਗ ਮੈਨੂੰ ਲੱਗਦਾ ਸਕਸੈਸਫੁਲ ਨਹੀਂ ਹੁੰਦੀ, ਕਿਉਂਕਿ ਉਸ ਪੇਂਟਿੰਗ ਦੇ ਵਿੱਚ ਇਮੋਸ਼ਨਸ ਹੀ ਨਹੀਂ ਹੁੰਦੇ। ਤਾਂ ਇੱਕ ਕਲਾਕਾਰ ਕਿਤੇ ਇਮੋਸ਼ਨਸ ਦਾ ਭੁੱਖਾ ਹੁੰਦਾ, ਜਿਵੇਂ ਕਿ ਇਹ ਜਾਂਦਾ ਨਾ ਵੀ ਹਾਂ ਇਹੀ ਚੀਜ਼ ਸਾਡੇ 'ਚ ਪਿਓਰਿਟੀ ਹੁੰਦੀ ਹੈ ਐਜ਼ ਕੰਪੇਅਰ ਟੂ ਹੋਰ ਚੀਜ਼ਾਂ, ਮਟੀਰੀਅਲਿਸਟਿਕ ਚੀਜ਼ਾਂ ਨਾਲੋਂ। ਕੋਈ ਅਜਿਹਾ ਇੰਸੀਡੈਂਟ ਹੋਵੇ ਕਦੇ ਤੁਹਾਡਾ ਮਨ ਟੁੱਟਿਆ ਹੋਵੇ ਇਸ ਚੀਜ਼ ਤੋਂ, ਚਾਹੇ ਪੈਸੇ ਦੇ ਤੌਰ ਤੇ ਕਹਿ ਲਈਏ, ਚਾਹੇ ਸ਼ੌਂਕ ਦੇ ਤੌਰ ਤੇ ਕਹਿ ਲਈਏ, ਜਾਂ ਕਈ ਵਾਰ ਆਪਾਂ ਨੂੰ ਇੱਧਰ ਉੱਧਰ ਦੇ ਬੰਦੇ ਚਲੋ ਲੱਤਾਂ ਖਿੱਚਣ ਵਾਲੇ ਹੁੰਦੇ ਨੇ, ਉਸ 'ਚ ਕਦੇ ਕੋਈ ਮਨ 'ਚ ਐਵੇਂ ਖਿਆਲ ਆਵੇ ਮੈਂ ਇਹ ਨਹੀਂ ਕਰਨਾ, ਇਹ ਸ਼ੌਂਕ ਛੱਡਣਾ ਹੈ, ਜਾਂ ਮੈਂ ਆਪਣੀ ਕਲਾ ਨਹੀਂ ਦਿਖਾਉਣੀ? ਕੋਈ ਹੋਇਆ ਹੋਵੇ ਐਵੇਂ ਦਾ ਇੰਸੀਡੈਂਟ ਹੋਇਆ ਕਦੇ ਜ਼ਿੰਦਗੀ ਦੇ ਵਿੱਚ? ਰਿਐਲਿਟੀ ਗੱਲ ਦੱਸਾਂ ਤਾਂ ਵੀ ਮਤਲਬ ਪੇਂਟਿੰਗ ਨੂੰ ਛੱਡਣ ਦਾ ਖਿਆਲ ਤਾਂ ਨਹੀਂ ਆਇਆ, ਪਰ ਹਾਂ ਇੱਕ ਮੂਮੈਂਟ ਐਵੇਂ ਜ਼ਰੂਰ ਹੋਇਆ ਕੁਛ ਪਰਸਨਲ ਰੀਜ਼ਨ ਕਰਕੇ, ਕਿਉਂਕਿ ਉਹ ਮਤਲਬ ਜਦੋਂ ਬੰਦੇ ਦਾ ਮਨ ਦਿਮਾਗ ਦੋਨੋਂ ਇੱਕ ਤਰ੍ਹਾਂ ਨਾਲ ਟੁੱਟਿਆ ਹੁੰਦਾ ਨਾ, ਤਾਂ ਕਿਤੇ ਉਹ ਪੇਂਟਿੰਗ ਨਾਲ ਸਹਿਜ ਕਈ ਵਾਰ ਨਹੀਂ ਪੈ ਪਾਉਂਦੀ।
ਠੀਕ ਹੈ। ਮੇਰੀ ਲਾਈਫ 'ਚ ਇੱਕ ਐਵੇਂ ਰੀਸੈਂਟਲੀ ਐਵੇਂ ਹੋਇਆ ਕਿ ਕੁਝ ਮੇਰੀ ਪਰਸਨਲ ਪ੍ਰੋਬਲਮਸ ਕਰਕੇ ਮੈਂ ਕਿੱਥੇ ਨਾ ਕਿੱਥੇ ਪੇਂਟਿੰਗਸ ਨਾਲ ਕੁਝ ਟਾਈਮ ਲਈ ਮੈਂ ਕਰ ਨਹੀਂ ਪਾਈ, ਕਿਉਂਕਿ ਮੇਰਾ ਮਤਲਬ ਮੇਰੇ ਦੋਨੋਂ ਚੀਜ਼ਾਂ ਕੰਟਰੋਲ 'ਚ ਨਹੀਂ ਚੱਲ ਰਹੀ ਸੀ, ਦਿਮਾਗ ਔਰ ਦਿਲ। ਤਾਂ ਉਸ ਕਰਕੇ ਮੈਂ ਪੇਂਟਿੰਗ ਦੇ ਉੱਪਰ ਮੇਰਾ ਬਹੁਤ ਅਸਰ ਪਿਆ। ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਕੁਛ ਨਿਊ ਕ੍ਰੀਏਟੀਵਿਟੀ ਕਰਨ ਦੀ, ਪਰ ਕੁਛ ਐਵੇਂ ਜਿਹੀ ਚੀਜ਼ਾਂ ਹੋ ਜਾਂਦੀਆਂ ਜਿਹਦੇ ਨਾਲ ਇੱਕ ਆਰਟਿਸਟ ਇਫੈਕਟ ਪਾਉਂਦਾ, ਕਿਤੇ ਨਾ ਕਿਤੇ ਉਹਦੇ ਕੰਮ 'ਤੇ ਫਰਕ ਪੈਂਦਾ। ਬੇਸਿਕਲੀ ਇੱਕ ਆਰਟਿਸਟ ਕੰਮ ਹੀ ਉਦੋਂ ਕਰ ਸਕਦਾ ਹੈ ਜਦੋਂ ਉਹ ਪੂਰਾ ਲਾਈਕ ਦਿਲੋਂ ਦਿਮਾਗ ਨਾਲੋਂ ਇਕੱਠਾ ਚੱਲ ਰਿਹਾ ਹੋਵੇ। ਜੇ ਕਿਤੇ ਨਾ ਕਿਤੇ ਕੁਛ ਡਿਸਟਰਬੈਂਸ ਹੁੰਦੀ ਹੈ ਤਾਂ ਉਹਦੇ ਕੰਮ 'ਚ ਜ਼ਰੂਰ ਦਿਖਦਾ ਹੈ। ਇੱਕ ਕਲਾਕਾਰ ਕਹਿ ਦਿੰਦੇ ਆਪਾਂ ਵੀ ਉਹਦਾ ਜਿਹੜਾ ਪ੍ਰੋਫੈਸ਼ਨ ਹੁੰਦਾ, ਉਹਦੀ ਕਲਾ ਹੁੰਦੀ ਆ, ਉਹ ਆਪਣੇ ਦੁੱਖ ਸੁੱਖ ਦੀ ਦਵਾਈ ਬਣਦੀ ਆ। ਜੇ ਆਪਾਂ ਜ਼ਿਆਦਾ ਦੁਖੀ ਆ ਤਾਂ ਆਪਾਂ ਜਿਵੇਂ ਹੁਣ ਇੱਕ ਲਿਖਾਰੀ ਆ, ਉਸ ਨੂੰ ਜਦੋਂ ਵੀ ਕਦੇ ਦੁੱਖ ਹੁੰਦਾ ਤਾਂ ਉਹ ਆਪਣਾ ਉਦੋਂ ਵੀ ਲਿਖਦਾ, ਉਹਨੂੰ ਖੁਸ਼ੀ ਹੁੰਦੀ ਆ ਉਹਨੇ ਉਦੋਂ ਵੀ ਤੁਸੀਂ ਆਪਣੇ ਇਸ ਪ੍ਰੋਫੈਸ਼ਨ ਨੂੰ, ਆਪਣੀ ਕਲਾ ਨੂੰ ਕਿਵੇਂ ਇਸ ਚੀਜ਼ ਨਾਲ ਦੇਖਦੇ ਹੋ ਵੀ ਹਾਂ ਜ਼ਿਆਦਾ ਅਪਸੈਟ ਹੋਵੋ ਤਾਂ ਤੁਸੀਂ ਕਦੇ ਤਸਵੀਰ ਬਣਾਈ ਹੋਵੇ ਉਵੇਂ ਦੀ? ਬੇਸਿਕਲੀ ਹੁੰਦਾ ਮੇਰੇ ਨਾਲ ਤਾਂ ਅਕਸਰ ਹੋ ਜਾਂਦਾ, ਜਿਵੇਂ ਸੁਪਨਿਆਂ ਨੂੰ ਤਾਰਨਾ। ਠੀਕ ਹੈ, ਇੱਕ ਪੇਂਟਿੰਗ ਸੀ ਜਿਹਦਾ ਨਾਮ ਮੈਂ ਆਪ ਸੁਪਨਿਆਂ ਨੂੰ ਤਾਰਨਾ ਹੀ ਰੱਖਿਆ ਸੀਗਾ। ਉਹ ਬੇਸਿਕਲੀ ਮੇਰੇ ਨਾਲ ਲਾਈਕ ਜਿਵੇਂ ਕੁਝ ਅਪ ਐਂਡ ਡਾਊਨਸ ਹੋ ਰਹੀਆਂ ਸੀ, ਕਈਆਂ ਨੂੰ ਮਤਲਬ ਕਿਸੇ ਰੀਜ਼ਨ ਕਰਕੇ ਮਤਲਬ ਚੀਟਿੰਗ ਦੇ ਨਾਲ ਉੱਪਰ ਰੱਖਿਆ ਜਾ ਰਿਹਾ ਸੀ ਤੇ ਮੈਨੂੰ ਬਹੁਤ ਨੀਚੇ। ਤਾਂ ਉਸ ਚੀਜ਼ ਨੂੰ ਮੈਂ ਪੇਂਟਿੰਗ ਦੇ ਨਾਲ ਸਿਰਜਿਆ ਸੀ। ਉਹ ਮਤਲਬ ਇੱਕ ਮੈਨੂੰ ਰਾਤ ਨੂੰ ਥੋਟਸ ਆਏ ਵੀ ਮੈਨੂੰ ਇਸ ਤਰੀਕੇ ਨਾਲ ਕਰ ਸਕਦੀ ਹਾਂ, ਤਾਂ ਉਹ ਕਿਤੇ ਨਾ ਕਿਤੇ ਮੈਂ ਸਿਰਜਣਾ ਸ਼ੁਰੂ ਕਰਤਾ। ਕਈ ਵਾਰ ਐਵੇਂ ਵੀ ਹੁੰਦਾ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਤੇ ਜਸਟ ਬਰਸ਼ ਫੜਦੇ ਫੜਦੇ ਹੀ ਕੁਝ ਬਣਾਉਂਦੇ ਹਾਂ, ਪਰ ਉਹ ਪੇਂਟਿੰਗ ਕਿਤੇ ਨਾ ਕਿਤੇ ਸਾਡੇ ਦੁੱਖ ਨੂੰ ਰਿਪਰੈਜ਼ੈਂਟ ਕਰ ਦਿੰਦਾ, ਕਿਉਂਕਿ ਉਹ ਅਸੀਂ ਕਿਤੇ ਨਾ ਕਿਤੇ ਮਤਲਬ ਬੇਸਿਕਲੀ ਮੈਂ ਕਿਤੇ ਨਾ ਕਿਤੇ ਕਲਰਸ ਦੇ ਇੰਨੇ ਕਲੋਜ਼ ਹੁੰਦੀ ਹਾਂ ਕਿ ਉਹ ਮਤਲਬ ਮੈਨੂੰ ਐਵੇਂ ਲੱਗਦਾ ਵੀ ਮੈਂ ਅਣਜਾਣੇ 'ਚ ਸੀ, ਪਰ ਮੈਂ ਕਿਤੇ ਨਾ ਕਿਤੇ ਆਪਣਾ ਦੁੱਖ ਰਿਲੀਜ਼ ਕਰਤਾ। ਕੋਈ ਐਵੇਂ ਦੀ ਪੇਂਟਿੰਗ ਹੋਵੇ ਜਿਹੜੀ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੋਵੇ, ਕੁਝ ਉਸ ਪੇਂਟਿੰਗ ਦੇ ਜ਼ਰੀਏ ਤੁਸੀਂ ਕਿਸੇ ਨੂੰ ਕੁਝ ਸਮਝਾਉਣਾ ਚਾਹੁੰਦੇ ਹੋ, ਜਾਂ ਕੋਈ ਸਭ ਤੋਂ ਦਿਲ ਤੋਂ ਨੇੜੇ ਕਿਹੜੀ ਪੇਂਟਿੰਗ ਸੀ? ਜੇ ਇੱਕ ਆਰਟਿਸਟ ਲਈ ਇਹ ਕੁਐਸਚਨ ਹੋਵੇ ਤਾਂ ਮੈਨੂੰ ਐਂ ਲੱਗਦਾ ਹੈ ਜਿਵੇਂ ਕਿ ਇਹ ਪੁੱਛਿਆ ਜਾਂਦਾ ਵੀ ਤੁਹਾਨੂੰ ਤਾਰਾ ਕਿਹੜਾ ਪਸੰਦ ਹੈ। ਇਹ ਬਹੁਤ ਮੁਸ਼ਕਿਲ ਸਵਾਲ ਹੈ ਨਾ, ਇਸ ਤਰੀਕੇ ਨਾਲ ਇੱਕ ਆਰਟਿਸਟ ਲਈ ਇਹ ਬਹੁਤ ਮੁਸ਼ਕਿਲ ਸਵਾਲ ਹੈ ਵੀ ਤੁਹਾਡੀ ਕਿਹੜਾ ਆਰਟ ਵਰਕ ਤੁਹਾਨੂੰ ਜ਼ਿਆਦਾ ਪਿਆਰਾ ਹੈ। ਬਟ ਜੇ ਮੈਂ ਕਹਾਂ ਕਿ ਹਾਂ ਮੈਂ ਕੁਛ ਆਪਣੇ ਆਰਟ ਐਜ਼ ਲਾਈਕ ਜਿਹੜੀ ਮੇਰੀ ਪੇਂਟਿੰਗ ਮੇਰੇ ਅਹਿਸਾਸ ਨੂੰ ਪ੍ਰਗਟ ਕਰ ਰਹੀਆਂ ਹੁੰਦੇ ਨਾ, ਉਹ ਮੇਰੇ ਦਿਲ ਦੇ ਬਹੁਤ ਕਲੋਜ਼ ਹੁੰਦੀਆਂ ਨੇ। ਜਿਵੇਂ ਕਿ ਇੱਕ ਪੇਂਟਿੰਗ ਹੈ, ਉਹਦੀ ਆਈਜ਼ ਬੰਦ ਹੈ, ਉਹ ਐਵੇਂ ਲਾਈਕ ਆਈਜ਼ ਬੰਦ ਕਰਕੇ ਉਹਦੇ ਮੂੰਹ 'ਤੇ ਨਾ ਕਿਤੇ ਨਾ ਕਿਤੇ ਪੱਤਿਆਂ ਦਾ ਪਰਛਾਵਾਂ ਪੈ ਰਿਹਾ। ਉਹਦਾ ਕੀ ਮਤਲਬ ਮੈਨੂੰ ਐਵੇਂ ਸੀ ਉਹ ਅਹਿਸਾਸ ਨੂੰ ਪ੍ਰਗਟ ਕਰ ਰਹੀਆਂ ਮੇਰੇ। ਜਿਵੇਂ ਕਿ ਭੁੱਖ ਲੱਗਣ ਤੋਂ ਬਾਅਦ ਰੋਟੀ ਨੂੰ ਮਿਲਣ ਦਾ ਅਹਿਸਾਸ, ਆਨੰਦ ਮਿਲਦਾ। ਧੁੱਪ ਤੋਂ ਬਾਅਦ ਪੱਤਿਆਂ ਦੀ ਛਾਂ ਦਾ ਅਹਿਸਾਸ ਨੂੰ ਪ੍ਰਗਟ ਕਰਨਾ। ਤਾਂ ਮਤਲਬ ਮੇਰੀ ਐਵੇਂ ਜਿਹੀ ਪੇਂਟਿੰਗ, ਐਵੇਂ ਜਿਹੇ ਕਨਸੈਪਟ ਮੇਰੇ ਬਹੁਤ ਕਲੋਜ਼ ਹੁੰਦੇ ਨੇ ਜਿਹਦੇ ਵਿੱਚ ਮੈਂ ਅਹਿਸਾਸ ਨੂੰ ਪ੍ਰਗਟ ਕਰਾਂ। ਤੁਸੀਂ ਇਸ ਟਾਈਮ ਇਕੱਲੀ ਕਾਗਜ਼ ਦੇ ਉੱਪਰ ਪੇਂਟਿੰਗ ਕਰਦੇ ਹੋ ਜਾਂ ਕੋਈ ਤੁਹਾਡੀ ਹੋਰ ਕਿਸੇ, ਜਿਵੇਂ ਆਪਾਂ ਪੇਂਟਿੰਗ ਬਹੁਤ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ, ਜਿਵੇਂ ਕਹਿ ਦਿੰਦੇ ਆਪਾਂ ਕੱਪੜਿਆਂ ਵਗੈਰਾ 'ਤੇ ਜਾਂ ਕੁਝ ਹੋਰ, ਕੋਈ ਐਵੇਂ ਦਾ ਹੋਰ ਕਿਸੇ ਚੀਜ਼ 'ਤੇ ਕਰਦੇ ਹੋ? ਬੇਸਿਕਲੀ ਮੈਂ ਕੰਪੋਜੀਸ਼ਨ ਆਰਟ ਵੀ ਕਰਦੀ ਹਾਂ, ਸਕੈਚ ਵਰਕ ਵੀ ਕਰਦੀ ਹਾਂ, ਇੰਸਟਾਲੇਸ਼ਨ ਵਰਕ ਵੀ ਕਰਦੀ ਹਾਂ, ਕੈਲੀਗ੍ਰਾਫੀ ਵਰਕ ਵੀ ਕਰਦੀ ਹਾਂ, ਜੋ ਕਿ ਕੱਪੜੇ ਦੇ ਉੱਪਰ ਵੀ ਹੋ ਜਾਂਦੀ ਆ ਲਾਈਕ, ਅਤੇ ਉਹਦੇ ਉੱਪਰ ਪੇਪਰ ਦੇ ਵਰਕ ਵੀ ਕਰਦੀ ਹਾਂ। ਨਾਲ ਦੀ ਨਾਲ ਮੈਂ ਰੈਸਿਨ ਆਰਟ ਵੀ ਕਰਦੀ ਹਾਂ। ਉਸ ਤੋਂ ਬਾਅਦ ਮੈਂ ਪੇਪਰ ਦੇ ਨਾਲ ਮਤਲਬ ਬਰਡਸ ਬਣਾਉਂਦੀ ਹਾਂ, 3D ਵਰਕ ਹੁੰਦਾ। ਠੀਕ ਹੈ, ਅਤੇ ਮਤਲਬ ਮੇਰੀ ਕੋਸ਼ਿਸ਼ ਹੁੰਦੀ ਕਿਤੇ ਨਾ ਕਿਤੇ ਹਰ ਇੱਕ ਆਰਟ ਨਾਲ ਜੁੜਨ ਦੀ। ਲਾਈਕ ਟੈਟੂ ਆਰਟ ਵੀ ਕਰਦੀ ਹਾਂ ਮੈਂ, ਅਤੇ ਨੇਲ ਆਰਟ ਵੀ ਕਰਦੀ ਹਾਂ। ਅਤੇ ਹੁਣ ਮੈਂ ਫਲਾਵਰ ਦੇ ਨਾਲ ਲਾਈਕ ਫਲਾਵਰਸ ਨੂੰ ਕਿਸ ਤਰੀਕੇ ਨਾਲ ਕੁਦਰਤ ਨੂੰ ਇੱਕ ਹੋਰ ਸੁੰਦਰਤਾ ਰੂਪ ਨਾਲ ਪ੍ਰੈਜ਼ੈਂਟ ਕਰਨਾ, ਮੈਂ ਉਹ ਵੀ ਵਰਕ ਕਰਦੀ ਹਾਂ। ਤੁਹਾਡਾ ਸੁਪਨਾ ਹੋਵੇ ਇਸ ਮਕਾਮ ਤੋਂ ਹੁਣ ਤੁਸੀਂ ਅੱਗੇ ਕਿੱਥੇ ਤੱਕ ਵਧਣਾ ਚਾਹੁੰਦੇ ਹੋ? ਮੇਰਾ ਹੁਣ ਨੈਕਸਟ ਟਾਰਗੇਟ ਇਹੀ ਹੈ ਕਿ ਮੈਂ ਇੱਕ ਇੰਟਰਨੈਸ਼ਨਲੀ ਆਰਟ ਐਗਜ਼ੀਬਿਸ਼ਨ ਲਗਾਵਾਂ, ਤਾਂ ਜੋ ਮੈਂ ਆਪਣੇ ਅਹਿਸਾਸ ਨੂੰ, ਆਪਣੇ ਖਿਆਲਾਂ ਨੂੰ ਕਿੱਥੇ ਨਾ ਕਿੱਥੇ ਇਹਨਾਂ ਰੰਗਾਂ ਦੇ ਰਾਹੀਂ ਇੱਕ ਪੂਰੀ ਦੁਨੀਆ 'ਚ ਲੈ ਕੇ ਜਾਵਾਂ, ਤਾਂ ਜੋ ਆਉਣ ਵਾਲੀ ਜਨਰੇਸ਼ਨ ਦਾ ਉਹ ਹਾਲਾਤ ਨਾ ਹੋਵੇ ਜੋ ਮੈਂ ਸਟਾਰਟਿੰਗ 'ਚ ਫੇਸ ਕੀਤਾ ਵੀ ਕੋਈ ਆਰਟਿਸਟ ਮੈਨੂੰ ਪਤਾ ਹੀ ਨਹੀਂ। ਕਿਉਂਕਿ ਜਦੋਂ ਮੈਂ ਸਕੂਲ ਦੇ ਵਿੱਚ ਸੀਗੀ, ਜਦੋਂ ਮੈਂ ਮਤਲਬ ਇਹ ਰਸਤਾ ਅਪਣਾਇਆ ਸੀਗਾ, ਅਣਜਾਣੇ 'ਚ ਹੀ ਸਹੀ, ਪਰ ਜਦੋਂ ਮੈਂ ਰਸਤਾ ਅਪਣਾਇਆ ਸੀ ਤਾਂ ਮੈਨੂੰ ਕੋਈ ਆਰਟਿਸਟ ਮਿਲਿਆ ਹੀ ਨਹੀਂ ਸੀ। ਮੈਨੂੰ ਪਤਾ ਹੀ ਨਹੀਂ ਸੀ ਆਰਟਿਸਟ ਹੁੰਦਾ ਕੀ ਹੈ, ਬੇਸਿਕਲੀ ਕਲਾ ਹੁੰਦੀ ਕੀ ਆ। ਤਾਂ ਮਤਲਬ ਮੇਰਾ ਨੈਕਸਟ ਟਾਰਗੇਟ ਇਹੀ ਹੈ
ਕਿ ਇੰਟਰਨੈਸ਼ਨਲੀ ਉਸ ਲੈਵਲ ਤੇ ਜਾਵਾਂ, ਤਾਂ ਜੋ ਆਨ ਟਾਈਮ ਕੋਈ ਵੀ ਬੱਚਾ ਇਹ ਨਾ ਕਵੇ ਵੀ ਕਲਾ ਹੁੰਦੀ ਕੀ ਆ, ਪੇਂਟਿੰਗ ਦਾ ਰੂਪ ਕੀ ਹੈ। ਨੋ ਡਾਊਟ ਕਿੱਥੇ ਆਪ ਸੋਸ਼ਲ ਮੀਡੀਆ ਰਿਪਰੈਜ਼ੈਂਟ ਕੰਮ ਕਿਸੇ ਹੱਦ ਤੱਕ ਕਰ ਰਿਹਾ, ਪਰ ਮੈਂ ਫਿਰ ਵੀ ਜਿਹੜੇ ਬੱਚਿਆਂ ਕੋਲ ਜਿਵੇਂ ਕੁਛ ਮੋਬਾਈਲ ਨਹੀਂ ਲੈਂਦੇ ਹੁੰਦੇ ਜਾਂ ਕਈਆਂ ਕੋਲ ਨੈਟਵਰਕ ਨਹੀਂ ਹੁੰਦਾ, ਤਾਂ ਮਤਲਬ ਮੇਰੀ ਫਿਰ ਵੀ ਕੋਸ਼ਿਸ਼ ਹੈ ਕਿ ਮੇਰੀ ਪੇਂਟਿੰਗਸ ਰਾਹੀਂ ਉਹ ਅਹਿਸਾਸ ਜਾਂ ਉਹ ਮਤਲਬ ਦਰਦ ਜਾਂ ਫਿਰ ਕਿਸੇ ਵੀ ਤਰੀਕੇ ਦਾ ਇੱਕ ਆਰਟ ਦੀ ਅਧੂਰੀਪਨ ਨਾ ਰਹਿ ਜਾਵੇ। ਹਰ ਇੱਕ ਬੱਚੇ ਨੂੰ ਐਟਲੀਸਟ ਇਹ ਤਾਂ ਪਤਾ ਹੋਵੇ ਵੀ ਕਲਾ ਹੁੰਦੀ ਹੈ ਤਾਂ ਇਹ ਰੂਪ ਹੁੰਦਾ ਹੈ। ਹੁਣ ਤੱਕ ਕਿੰਨੀ ਐਗਜ਼ੀਬਿਸ਼ਨ ਲਾ ਚੁੱਕੇ ਹੋ ਤੁਸੀਂ? ਮੈਂ ਨੀਅਰ ਹੁਣ ਤੱਕ 80+ ਐਗਜ਼ੀਬਿਸ਼ਨਸ ਲਗਾ ਚੁੱਕੀ ਹਾਂ। ਕੁਝ ਆਫਲਾਈਨ ਵੀ ਸੀਗੀਆਂ, ਜਿਵੇਂ ਕੋਵਿਡ ਦੇ ਟਾਈਮ ਦੇ ਵਿੱਚ ਮੈਂ ਆਫਲਾਈਨ ਬਹੁਤ ਸਾਰੀ ਐਗਜ਼ੀਬਿਸ਼ਨਸ ਲਗਾਈਆਂ, ਤੇ ਆਨਲਾਈਨ ਵੀ ਇੱਕ ਸਿੰਗਲ ਵੀ ਲਗਾਈ ਹੈ, ਸੋਲੋ ਦੇ ਵਿੱਚ ਵੀ ਕਾਫੀ ਲਗਾਈ ਹੈ। ਮੈਂ ਆਪ ਵੀ ਸੋਲੋ ਕਾਫੀ ਆਰਗੇਨਾਈਜ਼ ਕੀਤੀ ਹੈ, ਤਾਂ ਮਤਲਬ 80+ ਐਗਜ਼ੀਬਿਸ਼ਨਸ ਲਗਾ ਚੁੱਕੀ ਹਾਂ। ਆਪਾਂ ਨੂੰ ਪੇਂਟਿੰਗ ਕਰਦੇ ਹੋਏ ਸਭ ਤੋਂ ਵੱਧ ਕੋਈ ਮੁਸ਼ਕਲ ਇਹੀ ਜਿਹੀ ਆਉਂਦੀ ਹੋਵੇ ਵੀ ਜਿਹੜੀ ਬਹੁਤ ਜ਼ਿਆਦਾ ਆਪਾਂ ਨੂੰ ਡਿਸਟਰਬ ਕਰਦੀ ਹੋਵੇ? ਜਦੋਂ ਲੋਕਾਂ ਦਾ ਇਹ ਗੱਲ ਕਹਿਣਾ ਹੁੰਦਾ ਨਾ, ਲੈ ਆ ਕੀ ਇਹਦੇ 'ਚ ਕੀ ਵੱਡਾ, ਅਸੀਂ ਵੀ ਬਣਾ ਲਾਂਗੇ, ਤਾਂ ਸੱਚੀ ਬੜਾ ਕਈ ਵਾਰ ਹਰਟ ਕਰ ਜਾਂਦਾ, ਕਿਉਂਕਿ ਕਈ ਵਾਰ ਨਾ ਉਹ ਪੇਂਟਿੰਗ ਜਿੰਨੀ ਦੇਖਣ 'ਚ ਸੌਖੀ ਲੱਗਦੀ ਹੈ ਸ਼ਾਇਦ ਉਨੀ ਹੁੰਦੀ ਨਹੀਂ। ਤਾਂ ਕਿਤੇ ਐਵੇਂ ਜਿਹੀ ਮੁਸ਼ਕਿਲਾਂ ਇਮੋਸ਼ਨਲੀ, ਜਿਵੇਂ ਕਈ ਇਮੋਸ਼ਨਲੀ ਬਲੈਕਮੇਲ ਹੋ ਜਾਂਦੇ ਆ ਜਾਂ ਕੁਛ ਇਮੋਸ਼ਨਲੀ ਹਰਟ ਹੁੰਦੇ, ਇਹ ਚੀਜ਼ਾਂ ਬਹੁਤ ਹਰਟ ਕਰਦੀਆਂ। ਅੱਗੇ ਹੋਰ ਤਾਂ ਮਤਲਬ ਕਹਿੰਦੇ ਨਾ ਜਿੱਥੇ ਚਾਹ ਉੱਥੇ ਰਾਹ ਹੁੰਦਾ ਰਹਿੰਦਾ। ਲੱਤਾਂ ਖਿੱਚਣ ਵਾਲੇ ਮਿਲੇ ਤੁਹਾਨੂੰ? ਬਹੁਤ ਸਾਰੇ, ਬਹੁਤ ਜ਼ਿਆਦਾ ਮਿਲੇ, ਹਰ ਕਦਮ 'ਚ ਵੀ ਮਿਲਦੇ ਨੇ, ਕਈ ਵਾਰ ਆਪਣੇ ਹਾथ ਦੇ ਵੀ ਨਿਕਲ ਜਾਂਦੇ ਨੇ। ਤੇ ਚਲੋ ਇਹ ਕਿੱਥੇ ਮੈਨੂੰ ਐਂ ਲੱਗਦਾ ਵੀ ਉਹ ਲੱਤਾਂ ਖਿੱਚਣ ਵਾਲੇ ਘੱਟ ਹੁੰਦੇ ਨੇ, ਮਤਲਬ ਕਿੱਥੇ ਆਪਾਂ ਨੂੰ ਚੈਲੰਜ ਦੇ ਕੇ ਹੋਰ ਅੱਗੇ ਵਧਾਉਣ ਵਾਲੇ ਹੋ ਜਾਂਦੇ ਨੇ। ਕਿਉਂਕਿ ਜਦੋਂ ਹਾਣ ਦੇ ਯਾਰ ਆਪਣੇ ਹੀ ਸੀਨੀਅਰਸ ਜਾਂ ਮਤਲਬ ਕੋਈ ਐਵੇਂ ਜਿਹੇ ਹੋ ਜਾਂਦੇ ਨੇ ਜਿਹੜੇ ਲੱਤਾਂ ਖਿੱਚਦੇ ਨੇ, ਕਿੱਥੇ ਉਹਨਾਂ ਨੂੰ ਇੱਕ ਚੈਲੰਜ ਮੰਗ ਕੇ ਅੱਗੇ ਨਿਕਲ ਜਾਣਾ, ਉਹ ਕਿੱਥੇ ਹੌਸਲੇ ਦੀ ਔਰ ਅੱਗੇ ਵਧਣ ਦੀ ਹਿੰਮਤ ਵਧਾ ਦਿੰਦੇ। ਤੁਹਾਡੇ ਇਸ ਕਰੀਅਰ ਦੇ ਵਿੱਚ ਘਰਦਿਆਂ ਦਾ, ਪਰਿਵਾਰ ਦਾ ਕੀ ਰੋਲ ਸੀ? ਜਿਵੇਂ ਇੱਕ ਕਹਿੰਦੇ ਨਾ ਜਦੋਂ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰੀੜ੍ਹ ਦੀ ਹੱਡੀ ਦਾ ਕੀ ਰੋਲ ਹੁੰਦਾ, ਉਸ ਤਰੀਕੇ ਨਾਲ ਮੇਰੀ ਵੀ ਲਾਈਫ ਦੇ ਵਿੱਚ ਮੇਰੇ ਪੇਰੈਂਟਸ ਦਾ ਇੰਨਾ ਹੀ ਰੋਲ ਹੈ। ਕਿਉਂਕਿ ਇੱਕ ਪੇਰੈਂਟਸ ਲਈ, ਇੱਕ ਆਮ ਸਪੈਸ਼ਲੀ ਕੁੜੀਆਂ ਦੇ ਪੇਰੈਂਟਸ ਲਈ ਇਹ ਆਮ ਗੱਲ ਨਹੀਂ ਆ ਕਿ ਸਾਡੀ ਕੁੜੀ ਬਾਹਰ ਜਾ ਰਹੀ ਹੈ ਨਾ। ਬਹੁਤ ਸਾਰੇ ਲੋਕ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਭਾਵੇਂ ਸਟਾਰਟਿੰਗ 'ਚ ਕਰਦੇ ਨੇ, ਬਾਅਦ 'ਚੋਂ ਜਦੋਂ ਉਹ ਬੱਚਾ ਇੱਕ ਸਕਸੈਸਫੁਲ ਜਾਂਦਾ ਹੈ ਤਾਂ ਹੌਸਲਾ ਦੇ ਦਿੰਦੇ ਨੇ, ਪਰ ਸਟਾਰਟਿੰਗ 'ਚ ਉਹ ਖਿੱਚਦੇ ਨੇ, ਹੈ ਨਾ। ਲਾਈਕ ਕਈ ਵਾਰ ਆਪਣੇ ਫੈਮਿਲੀ ਮੈਂਬਰਸ ਹੀ ਕਈ ਵਾਰ ਨਿਕਲੇ ਆਉਂਦੇ ਨੇ, ਬਟ ਮੇਰੇ ਪੇਰੈਂਟਸ ਨੇ ਕਿਸੇ ਦੀ ਸੁਣੀ ਨਹੀਂ। ਸਟਾਰਟਿੰਗ 'ਚ ਮੇਰੇ ਪਾਪਾ ਨੇ ਜ਼ਰੂਰ ਕਿਹਾ ਸੀ ਵੀ ਤੂੰ IPS ਆਫਿਸਰ ਬਣ, ਤਾਂ ਮੈਂ ਉਹਨਾਂ ਨੂੰ ਇੱਕੋ ਹੀ ਜਵਾਬ ਦਿੱਤਾ ਸੀਗਾ ਵੀ ਮੈਂ ਬਣ ਜੂੰਗੀ, ਨੋ ਡਾਊਟ ਮੈਂ ਸਟੱਡੀ ਵੀ ਕਰ ਲੂੰਗੀ, ਬਣ ਵੀ ਜਾਊਂਗੀ, ਪਰ ਉਹਦਾ ਮੈਂ ਅਹਿਸਾਸ ਨਹੀਂ ਕਰ ਪਾਊਂਗੀ। ਜੇ ਮੈਨੂੰ ਉਸ ਪੋਸਟ 'ਚ ਜਾ ਕੇ ਮੇਰੇ 'ਚ ਅਹਿਸਾਸ ਹੀ ਨਹੀਂ ਹੈਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਮੈਂ ਉਹ ਜ਼ਿੰਦਗੀ ਜੀ ਪਾਊਂਗੀ। ਤਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਨਹੀਂ ਕਿਹਾ ਵੀ ਤੂੰ ਆ ਕੁਛ ਕਰ, ਫਿਰ ਉਹਨਾਂ ਨੇ ਮੈਨੂੰ ਖੁੱਲ੍ਹਾ ਛੱਡਤਾ ਵੀ ਤੂੰ ਜਾ, ਜਿਵੇਂ ਤੂੰ ਕਰਨਾ ਕਰ ਲੈ, ਵੀ ਸਾਨੂੰ ਪਤਾ ਹੈ ਵੀ ਤੇਰੀ ਲਿਮਿਟਸ ਕੀ ਹੈ, ਤੂੰ ਕਿਵੇਂ ਕਰੂਗੀ, ਤੂੰ ਜਾ। ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜਿਵੇਂ ਆਜ਼ਾਦੀ ਦਿੱਤੀ ਹੈ ਨਾ, ਤਾਂ ਮੈਂ ਵੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਆਜ਼ਾਦੀ ਦਾ ਜਾਂ ਉਹਨਾਂ ਨੂੰ ਕਿੱਥੇ ਆਪਣੀ ਮਿਹਨਤ ਕਰਕੇ ਉਹਨਾਂ ਦਾ ਨਾਮ ਅੱਗੇ ਲੈ ਕੇ ਜਾਵਾਂ। ਤਾਂ ਮੇਰੇ ਪੇਰੈਂਟਸ ਦਾ ਸੱਚੀ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੈ। ਉਹਨਾਂ ਨੇ ਮਤਲਬ ਕਦੀ ਇਹ ਨਹੀਂ ਕਿਹਾ ਵੀ ਸਾਡੇ ਤੋਂ ਪੈਸੇ ਨਾ ਲੈ। ਨੋ ਡਾਊਟ ਮੈਂ ਆਪਣੀ ਇਕਨੋਮਿਕਲੀ ਸਟੱਡੀ ਜਾਂ ਫਿਰ ਮਤਲਬ ਆਫਟਰ 10th ਮੈਂ ਆਪਣੀ ਸਟੱਡੀ ਆਪਣੇ ਆਪਣੇ ਦਮ 'ਤੇ ਹੀ ਕਰ ਰਹੀ ਹਾਂ, ਠੀਕ ਹੈ। ਸਾਰੀ ਸਟੱਡੀ ਮਾਸਟਰਸ ਵੀ ਆਪਣੇ ਦਮ 'ਤੇ ਕੀਤੀ ਹੈ, ਈਵਨ ਮੈਂ ਫੋਰਨ ਵੀ ਗਈ ਹਾਂ, ਮੈਂ ਨਾ ਉਹ ਵੀ ਮੈਂ ਆਪਣੇ ਦਮ 'ਤੇ ਗਈ ਹਾਂ। ਬਟ ਕਿੱਥੇ ਮਤਲਬ ਉਹਨਾਂ ਦਾ ਹੁਲਾਰਾ ਜਾਂ ਉਹਨਾਂ ਦੇ ਪੁਸ਼ ਬਹੁਤ ਵੱਡੀ ਸੀਗੀ, ਜੋ ਮੈਨੂੰ ਇੱਕ ਅੱਗੇ ਵਧਣ ਲਈ ਕਹਿ ਰਹੀ ਸੀ ਵੀ ਹਾਂ ਤੂੰ ਜਾ। ਜਿਵੇਂ ਹੁਣ ਤੁਸੀਂ ਪਹਿਲਾਂ ਦੱਸਿਆ ਵੀ ਤੁਸੀਂ ਟੈਟੂ ਵਰਕ ਵੀ ਕਰ ਲੈਂਦੇ ਹੋ, ਇਹ ਤੁਸੀਂ ਕਦੋਂ ਸਿੱਖਿਆ ਕਿ ਤੁਹਾਡੀ ਇਸ ਪ੍ਰੋਫੈਸ਼ਨ ਦੇ ਨਾਲ ਤੁਹਾਨੂੰ ਇਹਦੇ ਹੈਲਪ ਹੋਈ, ਵੀ ਤੁਹਾਨੂੰ ਪਹਿਲਾਂ ਹੀ ਜਾਣਦੇ ਤੁਸੀਂ ਇਹ ਕੰਮ ਬਾਰੇ? ਨਹੀਂ, ਮਤਲਬ ਮੈਨੂੰ ਟੈਟੂ ਦਾ ਕੁਛ ਉਸ ਟਾਈਮ ਅੰਦਾਜ਼ਾ ਨਹੀਂ ਸੀਗਾ ਜਦੋਂ ਮੈਂ ਸਟਾਰਟਿੰਗ ਕੀਤੀ ਸੀ। ਅਤੇ ਜਦੋਂ ਮੈਂ ਸਟਾਰਟਿੰਗ ਕਰਦੇ ਨਾ ਮੇਰੇ ਇੱਕ ਸਟੂਡੈਂਟ ਆਇਆ ਸੀਗਾ, ਉਹ ਇੱਕ ਟੈਟੂ ਆਰਟਿਸਟ ਸੀਗਾ। ਉੱਥੋਂ ਦੀ ਉਹਨਾਂ ਨੇ ਮੈਨੂੰ ਮਤਲਬ ਇਨਵਾਈਟ ਕੀਤਾ ਸੀ ਆਪਣੇ ਸਟੂਡੀਓ ਦੇ ਵਿੱਚ। ਜਦੋਂ ਉਹਨਾਂ ਨੇ ਸਟੂਡੀਓ ਦੇ ਵਿੱਚ ਇਨਵਾਈਟ ਕੀਤਾ ਤਾਂ ਮੈਨੇ ਕਿਹਾ, ਮੈਂ ਕਿ ਦਿਖਾਈ ਕਿਵੇਂ ਜੀ ਮਸ਼ੀਨ ਹੈ, ਕਿਵੇਂ ਚੱਲਦੀ ਆ। ਤਾਂ ਮੇਰੇ ਸਟੂਡੈਂਟ ਨੇ ਉਹਨੇ ਇਹ ਗੱਲ ਕਹੀ ਸੀ ਵੀ ਦੀਦੀ ਤੁਹਾਡੇ ਲਈ ਬਹੁਤ ਈਜ਼ੀ ਆ,
ਕਿਉਂਕਿ ਤੁਸੀਂ ਪੇਂਟਿੰਗ ਕਰਦੇ ਹੋ, ਕਿੱਥੇ ਕਿੱਥੇ ਤੁਹਾਡੇ ਲਈ ਈਜ਼ੀ ਹੈ। ਮੈਂ ਕਿਹਾ ਲਿਆ ਦਿਖਾਤਾ ਸੀ ਕਰਦੇ, ਮੈਂ ਫੇਕ ਸਕਿਨ ਦੇ ਉੱਪਰ ਨਾ ਚਲਾਉਣ ਲੱਗ ਗਈ ਅਤੇ ਮੈਨੂੰ ਬਹੁਤ ਇੰਟਰਸਟਿੰਗ ਲੱਗਿਆ ਕਿਉਂਕਿ ਸਿੱਖਣ ਦੀ ਤਾਂ ਮੈਂ ਸ਼ੁਰੂ ਦੀ ਸ਼ੌਕੀਨ ਸੀਗੀ। ਫਿਰ ਮੈਨੂੰ ਇੱਕ ਰਾਹ ਮਿਲ ਗਿਆ ਵੀ ਲੈ ਹੁਣ ਇਹਨੂੰ ਵੀ ਸਿੱਖ ਕੇ ਦੇ ਦਿੰਦੇ ਹਾਂ। ਫਿਰ ਮੈਂ ਸਟੂਡੈਂਟ ਨੂੰ ਕਿਹਾ ਵੀ ਚੱਲ ਵੀ ਤੂੰ ਮੈਨੂੰ ਸਿਖਾ, ਜਿਵੇਂ ਤੂੰ ਮੈਨੂੰ ਸਿਖਾ ਸਕਦਾ ਨਾ। ਉਹਨਾਂ ਨੇ ਫੀਸ ਵਗੈਰਾ ਲੈਣ ਤੋਂ ਇਨਕਾਰ ਕੀਤਾ ਵੀ ਮੈਂ ਨਹੀਂ ਲੈਣੀ, ਬਟ ਫਿਰ ਵੀ ਚਲੋ ਕੁਛ ਹੋਇਆ। ਫਿਰ ਮੈਨੂੰ ਇੱਕ ਹੋਰ ਟੀਚਰ ਮਿਲਿਆ। ਟੀਚਰ ਕੀ ਮਿਲਿਆ, ਉਹਨਾਂ ਨੇ ਮੈਨੂੰ ਕਿਹਾ ਕਿ ਸ਼ਗੁਨ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਸਿਖਾਓ, ਬਾਹਰ ਦੇ ਸੀਗੇ, ਠੀਕ ਹੈ। ਜਦੋਂ ਮੈਨੂੰ ਕਿਹਾ ਮੈਨੂੰ ਸਿਖਾਓ, ਉਹ ਕਹਿੰਦੇ ਹਾਂ ਮੈਂ ਤੈਨੂੰ ਸਿਖਾਊਂਗਾ ਅਤੇ ਮੈਂ ਅੱਜ ਟੈਟੂ ਬਣਾਉਣਾ ਤੂੰ ਉਹਨੂੰ ਦੇਖ। ਅਸਲ 'ਚ ਉਹਨਾਂ ਨੂੰ ਪਤਾ ਸੀ ਮੈਂ ਰਾਤ ਨੂੰ ਮਤਲਬ ਮੈਂ ਸਵੇਰੇ 5 ਵਜੇ ਉੱਠਦੀ ਕਲਾਸਿਸ ਦਿੰਦੀ ਹਾਂ, ਤਾਂ ਉਹਨਾਂ ਨੇ ਮੇਰਾ ਇੱਕ ਛੋਟਾ ਜਿਹਾ ਟੈਸਟ ਲਿੱਤਾ। ਟੈਸਟ ਵੀ ਕੀ ਲਿੱਤਾ ਵੀ ਤੂੰ ਉਹਨਾਂ ਨੇ ਮੈਨੂੰ ਸਾਰੀ ਰਾਤ, ਕਿਉਂਕਿ ਉਹ ਬਾਹਰ ਦੇ ਸੀ, ਉਹਨਾਂ ਦਾ ਦਿਨ ਸੀਗਾ, ਸਾਰੀ ਰਾਤ ਉਹਨਾਂ ਨੇ ਮੈਨੂੰ ਟੈਟੂ ਦਿਖਾਇਆ। ਮੈਂ ਨਾ ਕੁਛ ਵੀ ਨਹੀਂ ਬੋਲੀ ਕਿਉਂਕਿ ਮੈਨੂੰ ਸਿੱਖਣ ਦੀ ਚਾਹ ਸੀ। ਜਦੋਂ 5 ਵਜੇ ਨਾ ਅਤੇ ਮੇਰੇ ਸਟੂਡੈਂਟ ਦੀ ਬੈਲ ਵੱਜੀ ਬਾਹਰ, ਤਾਂ ਸਰ ਨੇ ਨਾ ਹੱਸ ਕੇ ਕਿਹਾ ਸ਼ਗੁਨ ਤੂੰ ਅੱਜ ਮੇਰੀ ਟੈਸਟ ਪਾਸ ਹੋ ਗਈ। ਮਤਲਬ ਮੈਂ ਚਾਹੁੰਦਾ ਸੀ ਮੈਂ ਇੱਕ ਐਵੇਂ ਜਿਹੇ ਸਟੂਡੈਂਟ ਨੂੰ ਸਿਖਾਵਾਂ ਜਿਹੜਾ ਕਿ ਮਤਲਬ ਕਿੱਥੇ ਨਾ ਕਿੱਥੇ ਉਹਨੂੰ ਸਿੱਖਣ ਦੀ ਚਾਹ ਹੋਵੇ, ਠੀਕ ਹੈ। ਉਹਨਾਂ ਨੇ ਫਿਰ ਮੈਨੂੰ ਫ੍ਰੀ ਆਫ ਕੋਸਟ ਸਿਖਾਇਆ, ਮਤਲਬ ਗਾਈਡੈਂਸ ਦਿੱਤੀ ਜਿਹੜੀ ਪੋਸੀਬਲ ਸੀਗੀ ਔਨਲਾਈਨ, ਹੈ ਨਾ। ਅਤੇ ਕਾਫੀ ਗਾਈਡੈਂਸ ਦਿੱਤੀ ਲਾਈਕ ਕਿਵੇਂ ਕਿਹੜੀ ਚੀਜ਼ ਕਿਵੇਂ ਹੋਣੀ ਆ, ਠੀਕ ਹੈ। ਉਹਨਾਂ ਨੇ ਫਿਰ ਮੈਨੂੰ ਫ੍ਰੀ ਆਫ ਕੋਸਟ ਦਿੱਤੀ ਐਜ਼ ਅ ਗਿਫਟ ਕਿ ਹਾਂ ਤੇਰੇ 'ਚ ਲਗਨ ਹੈ ਸਿੱਖਣ ਦੀ। ਤਾਂ ਮਤਲਬ ਉਹਨਾਂ ਨੇ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਵਰਕ ਕਰਨਾ ਸ਼ੁਰੂ ਕਰਤਾ ਟੈਟੂ। ਹੁਣ ਤੁਸੀਂ ਇਸ ਟਾਈਮ ਟੈਟੂ ਬਣਾਉਂਦੇ ਹੋ ਇਸ ਟਾਈਮ? ਹਾਂਜੀ, ਮੈਂ ਇਸ ਟਾਈਮ ਪ੍ਰੋਫੈਸ਼ਨਲੀ ਟੈਟੂ ਵੀ ਬਣਾਉਂਦੀ ਹਾਂ। ਜਿਵੇਂ ਹੁਣ ਆਪਾਂ ਚਲੋ ਕਦੋਂ ਦੇ ਗੱਲਾਂ ਬਾਤਾਂ ਕਰ ਰਹੇ ਹਾਂ, ਇੱਕ ਤੁਸੀਂ ਆਪਣਾ ਰੂਪ ਦੱਸਿਆ ਮਦਦਗਾਰ ਦਾ, ਅਤੇ ਵੀ ਤੁਸੀਂ ਮਦਦ ਕਰਦੇ ਹੋ ਛੋਟੇ ਬੱਚਿਆਂ ਦੀ, ਅਤੇ ਉਹਦੇ ਵਿੱਚ ਤੁਸੀਂ ਹੈਂਡੀਕੈਪ ਕਿਹਾ, ਹੈ ਨਾ। ਕਿ ਮਨ 'ਚ ਕਿਵੇਂ ਥੋਟ ਆਇਆ ਤੁਸੀਂ ਨੇ ਵੀ ਹਾਂ ਉਹ ਅਪਾਹਿਜ ਬੱਚਿਆਂ ਨੂੰ ਹੀ ਤੁਸੀਂ ਨੇ ਪੇਂਟਿੰਗ ਸਿਖਾਉਣੀ ਆ? ਬੇਸਿਕਲੀ ਮੈਂ ਨਾ ਆਪਣੀ ਬਰਥਡੇ 'ਤੇ ਇੱਕ ਛੋਟਾ ਜਿਹਾ ਮੇਰੇ ਮਨ 'ਚ ਰਹਿੰਦਾ ਹੈ ਕਿ ਮੈਂ ਕੁਛ ਐਵੇਂ ਜਿਹਾ ਕਰਾਂ ਜੋ ਮੇਰੇ ਅੰਦਰ ਰੂਹ ਨੂੰ ਖੁਸ਼ੀ ਦੇਵੇ। ਤਾਂ ਮੈਨੂੰ ਲੱਗਦਾ ਹੈ ਇੱਕ ਹੈਲਪਿੰਗ, ਕਿਸੇ ਦੀ ਹੈਲਪ ਕਰਨਾ, ਸਪੈਸ਼ਲੀ ਨੀਡੀ ਦੀ, ਉਹਦੇ ਤੋਂ ਵੱਡੀ ਕੋਈ ਦਾਤ ਨਹੀਂ ਹੁੰਦੀ। ਅਤੇ ਜੇ ਮੈਂ ਗੱਲ ਕਰਾਂ ਵੀ ਮੈਂ ਪਹਿਲਾਂ ਸੋਚਦੇ ਹੁੰਦੇ ਸੀ, ਸਾਰੇ ਮੇਰੇ ਘਰ ਦੇ ਵੀ ਮਤਲਬ ਐਵੇਂ ਕਹਿੰਦੇ ਸੀ ਸ਼ਾਇਦ ਮਨੀ ਨਾਲ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ। ਫਿਰ ਮੇਰੇ ਮਨ 'ਚ ਆਇਆ ਕਿ ਮਨੀ ਇੱਕ ਐਵੇਂ ਜਿਹੀ ਚੀਜ਼ ਹੈ ਕਿ ਉਹ ਟੈਂਪਰੇਰੀ ਟਾਈਮ ਲਈ ਹੈਲਪ ਕਰ ਸਕਦੀ ਹੈ। ਜਿਵੇਂ ਕਿ ਅਸੀਂ ਕਿਸੇ ਨੂੰ ਸਪੋਜ਼ ਕਰੋ 1000 ਰੁਪਇਆ ਵੀ ਦਿੱਤਾ, ਅੱਜ ਖਾਦਾ, ਕੱਲ੍ਹ ਖਾਦਾ, ਪਰਸੋਂ ਖਤਮ ਹੋ ਜਾਊਗਾ। ਤਾਂ ਮੈਨੂੰ ਐਵੇਂ ਸੀ ਕਿ ਮੈਂ ਆਪਣੀ ਦਾਤ, ਆਪਣੀ ਕਲਾ ਦੀ ਦਾਤ ਵੰਡੂੰਗੀ ਨਾ, ਇਤਨਾ ਉਹਦਾ ਜਿਹੜਾ ਲਾਈਕ ਅਮਾਊਂਟ ਆਫ ਵੱਧਦੀ ਜਾਊਗੀ। ਪਲੱਸ ਉਹਨਾਂ ਨਾਲ ਉਹ ਕਿਤੇ ਸਿੱਖ ਕੇ ਉਹ ਇੱਕ ਮਨੀ ਨੂੰ ਕਮਾ ਸਕਦੇ ਨੇ, ਅਤੇ ਉਹਨਾਂ ਲਈ ਵੀ ਉਹ ਅਨਲਿਮਿਟਿਡ ਰਿਸੋਰਸ ਹੈ ਇੱਕ ਹੈਲਪਿੰਗ ਦਾ ਵੀ ਕਿੱਥੇ ਨਾ ਕਿੱਥੇ। ਤਾਂ ਮੈਨੂੰ ਐਵੇਂ ਲੱਗਦਾ ਵੀ ਮੈਂ ਇਹ ਵਰਕਸ਼ਾਪਸ ਐਵੇਂ ਲਗਾਉਂਦੀ ਹਾਂ ਕਿੱਥੇ ਨਾ ਕਿੱਥੇ ਉਹਨਾਂ ਨੂੰ ਉਹਨਾਂ ਦੇ ਅੰਦਰੋਂ ਜੋ ਅਨਅਪਸੈਟ ਹੁੰਦੇ ਨੇ, ਕਿਉਂਕਿ ਕਿਤੇ ਨਾ ਕਿਤੇ ਕਲਾ ਜਿਹੜੀ ਇੱਕ ਬਹੁਤ ਵੱਡਾ ਬੈਸਟ ਫਰੈਂਡ ਹੋ ਸਕਦਾ ਇੱਕ ਇਨਸਾਨ ਦਾ, ਠੀਕ ਹੈ। ਤਾਂ ਇਹੀ ਮੇਨ ਰੀਜ਼ਨ ਸੀਗੇ ਜਿਸ ਕਰਕੇ ਮੈਂ ਵਰਕਸ਼ਾਪਸ ਲਗਾਉਂਦੀ ਰਹਿੰਦੀ ਹਾਂ। ਈਵਨ ਮੈਂ ਹੁਣ ਇੱਕ ਇਹ ਵੀ ਫੈਸਲਾ ਲਿੱਤਾ ਆਪਣੇ ਆਪ ਲਈ ਕਿ ਹੁਣ ਮੇਰੀ ਲਾਈਫ 'ਚ ਜਿਹੜਾ ਵੀ ਹੈਂਡੀਕੈਪ ਬੱਚਾ ਆਊਗਾ, ਠੀਕ ਹੈ, ਜਿੱਥੇ ਮਰਜ਼ੀ ਜਿਵੇਂ ਮਰਜ਼ੀ ਮਿਲੂਗਾ, ਮੇਰੇ ਕੋਲ ਪਰਸਨਲ ਕਲਾਸਿਸ ਵੀ ਲਊਗਾ ਤਾਂ ਮੈਂ ਉਹਨੂੰ ਫ੍ਰੀ ਆਫ ਕੋਸਟ ਦਊਂਗੀ, ਠੀਕ ਹੈ। ਅਮਾਊਂਟ ਲਈ ਮਤਲਬ ਜਿਵੇਂ ਵੀ ਹੁਣ ਵੀ ਪਰਸਨਲ ਕਿਸੇ ਕੋਈ ਗਾਈਡੈਂਸ ਚਾਹੀਦੀ ਹੈ, ਕਿਸੇ ਵੀ ਤਰੀਕੇ ਦਾ ਹੁੰਦਾ, ਤਾਂ ਮੈਂ ਉਹਨਾਂ ਨੂੰ ਫ੍ਰੀ ਆਫ ਕੋਸਟ ਦਿੰਦੀ ਹਾਂ, ਕਿਉਂਕਿ ਮੈਂ ਇਸ ਚੀਜ਼ ਨੂੰ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਸਰੀਰ ਹੈ ਨਾ, ਜੋ ਮਤਲਬ ਵਧੀਆ ਹੈ, ਤਾਂ ਉਹ ਸਭ ਤੋਂ ਵੱਡੀ ਅਮੀਰੀ ਹੈ। ਸਾਡੇ ਮਾਂ ਪਿਓ ਨੇ ਉਹ ਕਿਤੇ ਨਾ ਕਿਤੇ ਸਾਡੀ ਇੱਕ ਦਾਤ ਬਖਸ਼ੀ ਹੋਈ ਆ। ਤਾਂ ਮਤਲਬ ਮੈਨੂੰ ਇਹ ਪਰਸਨਲੀ ਇਸੇ ਕਰਕੇ ਮੇਰੇ ਮਨ 'ਚ ਇਹ ਥੋਟਸ ਆਇਆ ਵੀ ਮੈਂ ਐਵੇਂ ਕਰਾਂ। ਇਸ ਚੀਜ਼ 'ਚ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਹਾਨੂੰ ਟੀਚਿੰਗ ਲਾਈਨ ਦੇ ਵਿੱਚ, ਐਕਸਪੀਰੀਅੰਸ ਉਹ ਵੀ ਹੈਂਡੀਕੈਪ ਬੱਚਿਆਂ ਨੂੰ ਸਿਖਾਉਣ ਦੇ 'ਚ? ਜਿਵੇਂ ਮੈਂ ਕਹਿ ਰਹੀ ਹਾਂ ਵੀ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰੇ ਪੇਰੈਂਟਸ ਜਾਂ ਫਿਰ ਮੇਰਾ ਸਰੀਰ ਦੇ ਅੰਗ, ਜੇ ਇਹਨਾਂ ਦੀ ਵੈਲਿਊ ਦਾ ਪਤਾ ਲੱਗਿਆ। ਬੇਸਿਕਲੀ ਮੈਨੂੰ ਨਹੀਂ ਲੱਗਦਾ ਵੀ ਮੈਂ ਉੱਥੇ ਮੇਰੇ 'ਚ ਇੰਨੀ ਵੱਡੀ ਸ਼ਾਇਦ ਕੁਛ ਹੋਇਆ ਹੋਊਗਾ ਵੀ ਹਾਂ ਵੀ ਮੈਂ ਉਹਨਾਂ ਦੀ ਹੈਲਪ ਕਰਦੀ, ਕਿਤੇ ਨਾ ਕਿਤੇ ਮੈਂ ਆਪਣੇ ਆਪ ਨੂੰ ਮਿਲਦੀ ਹਾਂ ਉੱਥੇ ਜਾ ਕੇ। ਨੋ ਡਾਊਟ ਚਲੋ ਮੇਰਾ ਥੋੜ੍ਹਾ ਪ੍ਰੋਸੈਸ ਅਲੱਗ ਹੁੰਦਾ ਵੀ ਮੈਂ ਉੱਥੇ ਉਹਨਾਂ ਦੀ ਹੈਲਪ ਦੀ ਕੋਸ਼ਿਸ਼ ਹੁੰਦੀ ਵੀ ਛੋਟੀ ਥੋੜ੍ਹਾ ਜਿਹਾ ਉਹਨਾਂ ਦੇ ਮਨ 'ਚ ਕਲਾ ਦੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਰੰਗੀਨ ਬਣਾ ਦੇਵਾਂ ਉਹਨਾਂ ਦੀ ਲਾਈਫ ਨੂੰ। ਬਟ ਕਿੱਥੇ ਨਾ ਹੁਣ ਮਤਲਬ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਵੀ ਮਿਲਦੀ ਹਾਂ। ਮੈਨੂੰ ਪਤਾ ਲੱਗਦਾ ਵੀ ਮੇਰੇ ਪੇਰੈਂਟਸ ਦਾ ਰੋਲ ਮੇਰੀ ਲਾਈਫ 'ਚ ਕੀ ਆ, ਸਾਡੇ ਅੰਗ ਸਹੀ ਹੈ ਤਾਂ ਵਾਹਿਗੁਰੂ ਨੇ ਸਾਨੂੰ ਕੀ ਬਖਸ਼ਿਆ ਹੈ। ਮਤਲਬ ਮੈਨੂੰ ਇਹ ਉੱਥੇ ਜਾ ਕੇ ਮਹਿਸੂਸ ਹੁੰਦਾ
ਜਿੰਨੀ ਵਾਰ ਮੈਂ ਉੱਥੇ ਜਾਂਦੀ ਹਾਂ ਮੈਨੂੰ ਇਹ ਚੀਜ਼, ਇਸ ਅਮੀਰੀ ਦੀ ਮਤਲਬ ਵੈਲਿਊ ਪਤਾ ਲੱਗਦੀ ਹੈ। ਇੱਕ ਕਲਾਕਾਰ ਨੂੰ ਆਪਾਂ ਕਹਿ ਦਈਏ ਵੀ ਇੱਕ ਸਨਮਾਨ ਦੀ ਭੁੱਖ ਹੁੰਦੀ ਹੈ, ਜਿਹਦੇ ਨਾਲ ਉਹਦਾ ਉਤਸ਼ਾਹ ਹੋਰ ਜ਼ਿਆਦਾ ਵੱਧਦਾ ਹੈ ਵੀ ਮੈਂ ਹੋਰ ਕੁਝ ਕਰਾਂ। ਉਸ ਤਰੀਕੇ ਨਾਲ ਹੁਣ ਤੱਕ ਕੀ ਕੁਝ ਪ੍ਰਾਪਤ ਕਰ ਚੁੱਕੇ ਹੋ, ਕੀ ਕੁਝ ਜਿੱਤ ਚੁੱਕੇ ਹੋ ਤੁਸੀਂ? ਬੇਸਿਕਲੀ ਮੈਂ ਜੇ ਅਵਾਰਡ ਦੀ ਗੱਲ ਕਰਾਂ, ਮੈਂ ਨੀਅਰ 100+ ਸਰਟੀਫਿਕੇਟਸ ਐਂਡ ਅਵਾਰਡਸ ਮੇਰੇ ਕੋਲ ਹੈਗੇ ਨੇ, ਜਿਹੜੇ ਕਿ ਕਾਲਜ ਟਾਈਮ ਦੇ ਵਿੱਚ ਵੀ ਹੈ, ਕੁਝ ਸਕੂਲ ਟਾਈਮ ਦੇ ਵਿੱਚ ਵੀ ਸੀਗੇ। ਅਤੇ ਨਾਲ ਦੀ ਨਾਲ ਮੈਂ ਇੱਕ ਵਰਲਡ ਰਿਕਾਰਡਰ ਹੋਲਡਰ ਵੀ ਹਾਂ, ਠੀਕ ਹੈ। ਅਸੀਂ ਟੀਮ ਦੇ ਨਾਲ ਮਿਲ ਕੇ ਇੱਕ ਵਰਲਡ ਰਿਕਾਰਡ ਬਣਾਇਆ ਸੀਗਾ। ਅਤੇ ਨਾਲ ਦੀ ਨਾਲ ਮੈਂ ਇੱਕ ਵਰਕਸ਼ਾਪਸ ਜਿਵੇਂ ਲਗਾਉਂਦੀ ਹਾਂ ਹੋਰ ਤਰ੍ਹਾਂ ਦੀ, ਜਿਵੇਂ ਕਿ ਛੋਟੇ ਛੋਟੇ ਇਵੈਂਟਸ ਜਿਵੇਂ ਸਮਰ ਕੈਂਪਸ ਲਗਾ ਲਏ। ਇਹ ਵੀ ਮੈਨੂੰ ਲੱਗਦਾ ਕਿਤੇ ਕਿਤੇ ਬੱਚਿਆਂ ਦਾ ਆਉਣਾ ਉਹ ਮੇਰੇ ਲਈ ਇੱਕ ਅਵਾਰਡ ਹੈ, ਇੱਕ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ ਹੈ, ਠੀਕ ਹੈ। ਤਾਂ ਆਹ ਚੀਜ਼ਾਂ ਸਾਰੀਆਂ ਮੇਰੀ ਲਾਈਫ 'ਚ ਬਹੁਤ ਇੰਪੋਰਟੈਂਟਸ ਨੇ, ਮੈਨੂੰ ਕਾਫੀ ਲਾਈਕ ਇੱਕ ਤਰ੍ਹਾਂ ਨਾਲ ਮੋਟੀਵੇਟ ਕਰਦੀਆਂ ਨੇ। ਤੁਸੀਂ ਕੋਈ ਤੁਹਾਡੇ ਵਿਚਾਰ ਹੋਣ, ਕੁਝ ਸਾਂਝਾ ਕਰਨਾ ਹੋਵੇ ਵੀ ਤੁਸੀਂ ਕਿਸੇ ਨੂੰ ਪ੍ਰੇਰਣਾ ਦੇਣੀ ਹੋਵੇ ਆਪਣੇ ਪ੍ਰੋਫੈਸ਼ਨ ਦੇ ਤੌਰ 'ਤੇ, ਤਾਂ ਕੀ ਕਹੋਗੇ? ਮੈਂ ਇਹ ਕਹੂੰਗੀ ਕਿ ਕਲਾ ਬਹੁਤ ਖੂਬਸੂਰਤ ਤੋਹਫਾ ਹੈ ਜੋ ਇੱਕ ਰੱਬ ਵੱਲੋਂ ਦਿੱਤਾ ਗਿਆ ਹੈ। ਜਿਨ੍ਹਾਂ ਕੋਲ ਵੀ ਇਹ ਹੈ ਵੀ ਪਲੀਜ਼ ਇਸ ਨੂੰ ਇਕਨੋਮਿਕਲੀ ਕਰਕੇ ਇਹਨੂੰ ਬੰਦ ਨਾ ਕਰੋ। ਜਦੋਂ ਕਿਸੇ ਚੀਜ਼ ਨੂੰ ਆਪਾਂ ਜਿੰਨਾ ਪਿਆਰ ਦਿੰਦੇ ਹਾਂ ਨਾ, ਉਹ ਚੀਜ਼ ਉਨੀ ਪਿਆਰ ਸਾਨੂੰ ਦਿੰਦੀ ਹੈ, ਵਾਪਸ ਦਿੰਦੀ ਆ। ਤਾਂ ਇਹਨੂੰ ਵਧਾਓ ਤਾਂ ਜੋ ਕਿਤੇ ਕਿਤੇ ਮੇਰਾ ਇੱਕ ਸੁਪਨਾ ਹੈ ਕਿ ਕੋਈ ਆਉਣ ਵਾਲੀ ਜਨਰੇਸ਼ਨ, ਕੋਈ ਵੀ ਬੱਚਾ ਇਹ ਨਾ ਕਵੇ ਕਿ ਮਤਲਬ ਕਲਾ ਹੁੰਦੀ ਕੀ ਆ। ਤਾਂ ਮਤਲਬ ਮੈਂ ਸਾਰਿਆਂ ਨੂੰ ਇਹੀ ਕਹੂੰਗੀ, ਖੂਬ ਮਿਹਨਤ ਕਰੋ, ਠੀਕ ਆ। ਮਿਹਨਤ ਕਰਨ ਦੇ ਨਾਲ ਹਰ ਇੱਕ ਚੀਜ਼ ਉਹ ਮਿਲ ਜਾਂਦੀ ਹੈ ਜਿਹਦੇ ਵਿੱਚ ਅਸੀਂ ਮਤਲਬ ਜਿੱਥੇ ਚਾਹ ਹੁੰਦੇ ਨੇ ਤੇ ਰੱਬ ਵੀ ਉਹਨਾਂ ਦਾ ਸਾਥ ਦਿੰਦਾ ਹੈ। ਤਾਂ ਇਹਨਾਂ ਨੂੰ ਵਿੱਚ ਛੱਡ ਕੇ ਘਬਰਾ ਕੇ ਨਹੀਂ ਜਾਣਾ ਚਾਹੀਦਾ, ਕੰਟੀਨਿਊ ਕਰੋ ਇਸ ਚੀਜ਼ ਨੂੰ ਵੀ, ਕੰਟੀਨਿਊ ਕਰੋ। ਉਹਨਾਂ ਨੂੰ ਨਹੀਂ ਮਤਲਬ ਇੰਪੋਰਟੈਂਸ ਦਿਓ ਜਿੰਨਾ ਹੋਰ ਚੀਜ਼ਾਂ ਨੂੰ। ਜੇ ਮੈਂ ਬਹੁਤ ਹੱਦ ਤੱਕ ਬਹੁਤ ਬੰਦਿਆਂ ਨੂੰ ਚਲੋ ਮਿਲਿਆ, ਮੈਂ ਸੁਣਿਆ ਵੀ ਜਿਹੜਾ ਇੱਕ ਕਲਾਕਾਰ ਆ ਉਹਦਾ ਕੁਦਰਤ ਦੇ ਨਾਲ ਬਹੁਤ ਪਿਆਰ ਹੁੰਦਾ ਅਤੇ ਉਹ ਵੀ ਜਿਵੇਂ ਆਪਾਂ ਕੁਛ ਦੇਖਦੇ ਹਾਂ ਕੁਦਰਤ ਵੱਲੋਂ, ਚਾਹੇ ਕੋਈ ਵੀ ਫੁੱਲ ਬੂਟੇ ਜਾਂ ਕੋਈ ਵੀ ਚੀਜ਼, ਉਸ ਚੀਜ਼ ਬਾਰੇ ਸੋਚਦਾ। ਤੁਹਾਡਾ ਕੋਈ ਥੋਟ ਕਿਵੇਂ ਦਾ ਥੋਟ ਨੇ ਤੁਹਾਡੇ, ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਵੀ ਹਾਂ ਤੁਹਾਡਾ ਕੁਦਰਤ ਦੇ ਨਾਲ? ਬੇਸਿਕਲੀ ਜਿਵੇਂ ਮੈਂ ਗੱਲ ਕਰਾਂ ਕੁਦਰਤ ਨਾ ਆਪਣੇ ਆਪ 'ਚ ਕਲਾਕਾਰ ਹੈ, ਠੀਕ ਹੈ। ਕੁਦਰਤ ਨਾਲ ਇੱਕ ਕਲਾਕਾਰਾਂ ਦੀ ਸਾਂਝ ਇੱਕ ਵੱਖਰੇ ਰੂਪ ਦੇ ਵਿੱਚ ਹੁੰਦੀ ਹੈ, ਕਿਉਂਕਿ ਉਹਨੂੰ ਐਵੇਂ ਲੱਗਦਾ ਵੀ ਮੈਂ ਇੱਕ ਕੁਦਰਤ ਦੀ ਗੋਦ ਵਿੱਚ ਹਾਂ। ਉਹ ਗੋਦ ਦੇ ਆਨੰਦ ਨੂੰ ਮਾਣਦੇ ਕੁਦਰਤ ਦੇ ਨਾਲ ਇਵੇਂ ਇੱਕ ਗਹਿਰਾ ਸੰਬੰਧ ਹੋ ਜਾਂਦਾ ਹੈ ਕਲਾਕਾਰਾਂ ਦਾ ਕਿ ਉਹ ਆਪਣੀ ਹਰ ਇੱਕ ਚੀਜ਼ ਨੂੰ ਕੁਦਰਤ ਦੇ ਨਾਲ ਜੋੜਨਾ ਸ਼ੁਰੂ ਕਰ ਦਿੰਦਾ। ਜਿਵੇਂ ਕਿ ਇੱਕ ਮਾਹੌਲ, ਜਦੋਂ ਇੱਕ ਮਤਲਬ ਜਿਵੇਂ ਨੋਰਮਲ ਦੀ ਗੱਲ ਹੈ, ਅਹਿਸਾਸ ਇੱਕ ਮਾਹੌਲ ਕ੍ਰੀਏਟ ਕਰਦਾ, ਠੀਕ ਹੈ। ਉਸੇ ਤਰੀਕੇ ਨਾਲ ਮਾਹੌਲ ਨੂੰ ਕੁਦਰਤ ਦੇ ਨਾਲ, ਜਿਵੇਂ ਫੁੱਲਾਂ ਨਾਲ, ਹਵਾ ਦੇ ਨਾਲ ਇੱਕ ਵੱਖਰੇ ਤਰੀਕੇ ਨਾਲ ਇੱਕ ਅਹਿਸਾਸ ਜਦੋਂ ਹੁੰਦਾ ਨਾ, ਕਿਤੇ ਕਿਤੇ ਕਲਾਕਾਰਾਂ ਦਾ ਇੱਕ ਨਵਾਂ ਹੀ ਰੂਪ ਸਿਰਜਾ ਦਿੰਦਾ। ਤਾਂ ਇਹ ਇੱਕ ਰੀਜ਼ਨ ਹੈ ਕਿ ਜਿਵੇਂ ਕਹਿੰਦੇ ਨਾ ਕਲਾਕਾਰਾਂ ਨਾਲ ਕਲਾਕਾਰਾਂ ਦੀ ਆਪਸੀ ਸੰਬੰਧ ਬਹੁਤ ਵਧੀਆ ਹੁੰਦੇ ਨੇ, ਇਸ ਕਰਕੇ ਹੀ ਇੱਕ ਕੁਦਰਤ ਇੱਕ ਕਲਾ ਹੈ। ਅਤੇ ਕਿਤੇ ਕਿਤੇ ਇਹੀ ਸਭ ਤੋਂ ਵੱਡਾ ਰੀਜ਼ਨ ਹੈ ਮੇਰੇ ਅਕੋਰਡਿੰਗ ਕਿ ਕਲਾਕਾਰਾਂ ਦੀ ਸਾਂਝ ਜ਼ਿਆਦਾ ਹੁੰਦੀ ਹੈ ਕੁਦਰਤ ਦੇ ਨਾਲ ਐਜ਼ ਕੰਪੇਅਰ ਟੂ ਹੋਰ ਲਾਈਕ ਸੈਕਿੰਡ ਪਰਸਨਸ ਨਾਲ। ਜੇ ਅਸੀਂ ਕਲਾ ਦੀ ਵਿਆਖਿਆ ਕਰਨੀ ਹੋਵੇ ਜਾਂ ਆਪਾਂ ਕਿਸੇ ਨੂੰ ਸੇਧ ਦੇਣੀ ਹੋਵੇ, ਕਿਸੇ ਨੂੰ ਕੋਈ ਸੰਦੇਸ਼ ਦੇਣਾ ਹੋਵੇ, ਵੀ ਆਪਾਂ ਕਲਾ ਦੀ ਵਿਆਖਿਆ ਕਿਵੇਂ ਕਰਾਂਗੇ ਵੀ ਕਲਾ ਹੈ ਕੀ ਚੀਜ਼? ਮੇਰੇ ਅਕੋਰਡਿੰਗ ਕਲਾ ਇੱਕ ਐਸਾ ਰੂਪ ਹੈ ਜੋ ਅਸੀਂ ਆਪਣੇ ਹੀ ਇੱਕ ਨਵੀਂ ਦੁਨੀਆ ਬਣਾ ਦਿੰਦਾ। ਜਿਵੇਂ ਕਿ ਮਤਲਬ ਮੇਰੇ ਖਿਆਲ, ਮੇਰੇ ਅਹਿਸਾਸ, ਇਹਨਾਂ ਸਾਰਿਆਂ ਦੀ ਇਕੱਠੀ ਜਿਹੜੀ ਮੈਂ ਪਰਿਭਾਸ਼ਾ ਦੇਵਾਂ ਤਾਂ ਉਹ ਕਲਾ ਹੈ, ਠੀਕ ਹੈ। ਇੱਕ ਨਵੇਂ ਤਰੀਕੇ ਨਾਲ ਜਿਉਣ ਦਾ ਹੁੰਗਾਰਾ ਭਰਨ ਵਾਲੀ ਕਲਾ ਹੈ। ਮੇਰੇ ਅਕੋਰਡਿੰਗ ਇਹੀ ਇੱਕ ਡੈਫੀਨੇਸ਼ਨ ਹੈ ਇੱਕ ਕਲਾ ਦੀ, ਠੀਕ ਹੈ। ਜਿਹੜੀ ਇੱਕ ਆਮ ਬੰਦੇ ਨੂੰ ਵੱਖਰੇ ਤਰੀਕੇ ਨਾਲ ਸੋਚ ਕੇ ਨਵੀਂ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਹੋ ਜਾਣਾ ਜਾਂ ਵੱਖਰੇ ਤਰੀਕੇ ਨਾਲ ਰਿਪਰੈਜ਼ੈਂਟ ਹੋਣਾ ਇੱਕ ਕਲਾ ਹੈ। ਤੇ ਅੱਜ ਸਾਡੇ ਇਸ ਪ੍ਰੋਗਰਾਮ ਦਾ ਖਾਸ ਮਕਸਦ ਉਹਨਾਂ ਲੋਕਾਂ ਨੂੰ ਕਲਾ ਬਾਰੇ ਦੱਸਣਾ ਸੀ ਵੀ ਇੱਕ ਕਲਾ ਕਿਵੇਂ ਇੱਕ ਕਲਾਕਾਰ ਨੂੰ ਨਿਖਾਰਦੀ ਹੈ। ਅਸੀਂ ਉਹਨਾਂ
ਬੰਦਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਆਪਣੀ ਕਲਾ ਨੂੰ, ਜੋ ਤੁਹਾਡੇ ਅੰਦਰ ਤੁਹਾਡਾ ਹੁਨਰ ਹੈ, ਉਹਨੂੰ ਪਹਿਚਾਣੋ, ਆਪਣੀ ਸ਼ਖਸੀਅਤ ਨੂੰ ਖਾਸ ਪਹਿਚਾਣ ਦਿਓ। ਅਗਲੀ ਵਾਰ ਇਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੇਂ ਰੋਮਾਂਚਿਕ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।